गुरु का खास रूप। गुरु खालसा साध संगत जीओ। वाहिगुरु जी का खालसा, वाहिगुरु जी की फतेह। गरीब नवाज दी अति किरपा सदका आपां सारिਆਂ ਨੂੰ ਇਹ ਸੁਨਹਿਰੀ ਘੜੀਆਂ ਬੜਭਾਗਾ ਸਮਾਂ ਪ੍ਰਾਪਤ ਹੋਇਆ। ਸਾਧ ਸੰਗਤ ਜੀ ਇਸ ਸੰਸਾਰ ਦੇ ਉੱਤੇ ਜੋ ਕਿ ਸਭ ਤੋਂ ਸ਼੍ਰੋਮਣੀ ਦਾਤ ਹੈ, ਉਹ ਕੇਵਲ ਤੇ ਕੇਵਲ ਗੁਰੂ ਦੀ ਸੰਗਤ ਦੀ ਹੀ ਦਾਤ ਹੈ। ਬਾਕੀ ਰੁਪਈਆ ਪੈਸਾ ਤਾਂ ਆਮ ਭੈੜੇ ਬੰਦਿਆਂ ਕੋਲ ਵੀ ਹੁੰਦਾ। तुलसीदास जी इस गल नूं इस तरह लिखते ने, सुत दारा अर लक्ष्मी सागत के भी होए, संत समागम हर कथा तुलसी दुर्लभ दोए। जिहड़ा रुपया पैसा है वो तो भैड़े बंदियां कोल भी हुंदा, पर जिहड़ी ये संगत है गुरुआं पीरां दी, संतां महापुरुषां दी संगत है, वो हरेक बंदे दे भागां दे विच नहीं हुंदी। कई बारी बंदा नेड़े रहिंदा संगत दे, साधु महापुरुषां दे, फिर भी उहदे भागां 'च संगत नहीं लिखी हुंदी। गुरु महाराज की अति किरपा हुई अपने सारिਆਂ ते। सतगुरु ने आपां नूं इह बड़भागा समा बख्शिया। हुण गरीब नवाज थोड़ी जी किरपा अपने सारिਆਂ ते होर करन, सारिਆਂ नूं एकाग्र चित सावधान मन दे नाल ਇਹ ਕਥਾ ਕਰਨ ਅਤੇ ਸੁਣਨ ਦੀ ਬਲ ਬੁੱਧੀ ਬਖਸ਼ਣ, ਤਾਂ ਕਿ ਸਾਡਾ ਆਉਣਾ ਪ੍ਰਵਾਨ ਹੋ ਜਾਵੇ। ਅੱਜ ਗਰੀਬ ਨਵਾਜ ਸਤਿਗੁਰੂ ਆਪਣੇ ਪਵਿੱਤਰ ਪਾਵਨ ਅੰਗ 367 ਤੋਂ ਆਪਣੇ ਚੌਥੇ ਸਰੂਪ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਰਾਹੀਂ ਆਪਾਂ ਨੂੰ ਪਵਿੱਤਰ ਉਪਦੇਸ਼ ਦੇ ਬਖਸ਼ ਕਰ ਰਹੇ ਨੇ। ਆਪਾਂ ਨੇ ਬਾਬਾ ਜੀ ਦੇ ਮੁਖਾਰ ਬਿੰਦ ਤੋਂ ਕੱਲ ਇਹ ਲਗਭਗ ਅੱਧੇ ਅੰਗ ਦੀ ਕਥਾ ਸੁਣੀ ਹੈ। ਅੱਜ ਆਪਾਂ ਅੱਗੇ ਨਿਮਾਣੀ ਜੀ ਕੋਸ਼ਿਸ਼ ਕਰਦੇ ਹਾਂ। ਗਰੀਬ ਨਵਾਜ ਆਪ ਹੀ ਆਪਣੇ ਕਥਾ ਦੇ ਵਿੱਚ ਰਸ ਬਖਸ਼ਣਗੇ। ਇਹ ਅੱਧ ਦੇ ਵਿੱਚ ਹੈ ਜਿੱਥੇ ਲਿਖਿਆ ਆਸਾ ਮਹਿਲਾ ਚੌਥਾ। ਉਸ ਤੋਂ ਪਹਿਲਾਂ ਇੱਕ ਪਦਾ ਰਹਿ ਗਿਆ ਸੀ, ਆਪੇ ਥਾਪੇ ਥਾਪ ਉਥਾਪੇ, ਨਾਨਕ ਨਾਮ ਦੇਵੈ ਹਰ ਆਪੇ। ਗੁਰੂ ਰਾਮਦਾਸ ਮਹਾਰਾਜ ਜੀ ਫਰਮਾਉਂਦੇ ਨੇ ਕਿ ਉਹ ਪਰਮਾਤਮਾ ਸਾਰੇ ਜੀਵਾਂ ਨੂੰ, ਸਾਰੀ ਸ੍ਰਿਸ਼ਟੀ ਨੂੰ ਆਪੇ ਥਾਪਣ ਵਾਲਾ, ਫਿਰ ਥਾਪ ਕੇ ਉਹਦਾ ਵਿਨਾਸ਼ ਕਰਨ ਵਾਲਾ ਵੀ ਉਹੀ ਹੈ। ਜਿਵੇਂ ਪੁਰਾਤਨ ਧਰਮ ਦੇ ਵਿੱਚ ਹੈ ਕਿ ਜੀ ਪੈਦਾ ਕੋਈ ਹੋਰ ਕਰਦਾ, ਪਾਲਦਾ ਕੋਈ ਹੋਰ ਦੇਵਤਾ, ਸੰਘਾਰ ਕੋਈ ਹੋਰ ਕਰਦਾ, ਪਰ ਨਹੀਂ, ਗੁਰਮਤਿ ਇਹ ਗੱਲ ਕਹਿੰਦੀ ਹੈ ਕਿ ਪਰਮਾਤਮਾ ਆਪ ਹੀ ਨਿਰਗੁਣ ਹੈ, ਆਪ ਹੀ ਸਰਗੁਣ ਹੈ। ਉਹ ਆਪ ਹੀ ਸਭ ਨੂੰ ਪੈਦਾ ਕਰਦਾ, ਆਪ ਹੀ ਸਭ ਨੂੰ ਪਾਲਦਾ, ਆਪ ਹੀ ਜਦੋਂ ਉਹਦਾ ਸਮਾਂ ਆ ਜਾਂਦਾ ਤੇ ਆਪ ਹੀ ਫਿਰ ਉਸ ਨੂੰ ਲੈ ਜਾਂਦਾ। ਨਾਨਕ ਨਾਮ ਦੇਵੈ ਹਰ ਆਪੇ। हे ਨਾਨਕ, ਪਰ ਨਾਮ ਉਸ ਨੂੰ ਮਿਲਦਾ ਜਿਹਨੂੰ ਉਹ ਪਰਮਾਤਮਾ ਆਪ ਦਿੰਦਾ। ਸਾਧ ਸੰਗਤ ਜੀ ਦਿੰਦਾ ਵੀ ਉਹਨੂੰ ਆ ਜਿਹੜਾ ਉਹਦੇ ਅੱਗੇ ਮੰਗ ਰੱਖਦਾ। ਹੁਣ ਆਪਣੇ ਬੱਚੇ ਨੇ, ਜਿਹੜਾ ਬੱਚਾ ਮੰਗ ਰੱਖਦਾ ਆਪਣੇ ਮਾਂ ਬਾਪ ਕੋਲ ਕਿ ਜੀ ਮੈਨੂੰ ਇਹ ਸਕੂਲ ਦੀ ਵਰਦੀ ਚਾਹੀਦੀ ਹੈ, ਮੈਨੂੰ ਮੋਟਰਸਾਈਕਲ ਚਾਹੀਦਾ ਹੈ, ਮੈਨੂੰ ਮੋਬਾਈਲ ਚਾਹੀਦਾ ਹੈ, ਫਿਰ ਉਹਦੀ ਮੰਗ ਨੂੰ ਕਈ ਵਾਰੀ ਮਾਂ ਬਾਪ ਪੂਰੀਆਂ ਕਰਦੇ ਨੇ, ਹੈ ਨਾ। ਕਿਉਂਕਿ ਬੱਚੇ ਦਾ ਬਲ ਹੁੰਦਾ ਰੁੱਸਣ 'ਤੇ, ਰੋਣ 'ਤੇ। ਬੱਚਾ ਰੁੱਸਦਾ, ਰੋਂਦਾ, ਉਹਦੀ ਤਾਕਤ ਸਾਰੀ ਕਾਹ 'ਚ ਹੈ ਉਹਦੇ ਰੋਣ 'ਤੇ, ਰੁੱਸਣ 'ਤੇ। ਫਿਰ ਮਾਂ ਬਾਪ ਉਹਦੇ ਬਲ ਦੇ ਅੱਗੇ ਹਾਰ ਜਾਂਦੇ ਨੇ, ਹੈ ਨਾ। ਇਸੇ ਤਰ੍ਹਾਂ ਮੂਰਖ ਦਾ ਜਿਹੜਾ ਜ਼ੋਰ ਹੁੰਦਾ, ਉਹਦਾ ਬਲ ਹੁੰਦਾ, ਉਹ ਹੁੰਦਾ ਉਹਦੇ ਮੋਣ 'ਤੇ। ਜਿੰਨੀ ਦੇਰ ਕੋਈ ਮੂਰਖ ਚੁੱਪ ਹੈ ਉਨੀ ਦੇਰ ਉਹਦੀ ਇੱਜ਼ਤ ਹੈ। ਜਦੋਂ ਉਹ ਬੋਲਦਾ ਤਾਂ ਭਾਂਡਾ ਭੰਨ ਦਿੰਦਾ, ਉਹਦਾ ਬਲ ਉਹਦੇ ਚੁੱਪ ਰਹਿਣ 'ਤੇ ਆ। ਮਹਾਰਾਜ ਜੀ ਕਹਿੰਦੇ ਉਹ ਆਪ ਹੀ ਫਿਰ ਨਾਮ ਦਿੰਦਾ ਜਿਹੜਾ ਉਹਦੇ ਅੱਗੋਂ ਬੇਨਤੀਆਂ ਕਰਦਾ, ਮੰਗਦਾ, ਕੋਸ਼ਿਸ਼ ਕਰਦਾ। ਕਿਉਂਕਿ ਜਿਹੜਾ ਬੰਦਾ ਥੋੜ੍ਹੀ ਜਿਹੀ ਕੋਸ਼ਿਸ਼ ਕਰਦਾ, ਹਿੰਮਤੇ ਮਰਦਾਂ ਮਦ ਦੇ ਖੁਦਾ, ਜਿਹੜਾ ਹੈ ਕੁਰਾਨ ਦੇ ਵਿੱਚ ਲਿਖਿਆ। ਜਦੋਂ ਕੋਈ ਬੰਦਾ ਹਿੰਮਤ ਕਰਦਾ, ਕੋਈ ਬੰਦਾ ਯਤਨ ਕਰਨ ਦੀ ਕੋਸ਼ਿਸ਼ ਕਰਦਾ, ਬੇਸ਼ੱਕ ਇਹੀ ਹੈ ਕਿ ਕੋਸ਼ਿਸ਼ ਵੀ ਉਹਦੀ ਕਿਰਪਾ ਤੋਂ ਬਗੈਰ ਨਹੀਂ ਹੁੰਦੀ। ਜਦੋਂ ਬੰਦਾ ਕੋਈ ਸਾਧੂਆਂ ਸੰਗਤਾਂ ਦੀ, ਮਹਾਂਪੁਰਸ਼ਾਂ ਦੀ ਸੰਗਤ ਕਰਦਾ, ਉਸ ਨੂੰ ਥੋੜ੍ਹਾ ਗਿਆਨ ਹੁੰਦਾ ਕਿ ਨਾਮ ਜਪਣਾ ਚਾਹੀਦਾ। ਫਿਰ ਆਪਾਂ ਨੂੰ ਉਹਦੇ ਮਨ 'ਚ ਹੁੰਦੀ ਹੈ ਕਿ ਆਪਾਂ ਵੀ ਨਾਮ ਜਪੀਏ। ਫਿਰ ਹੌਲੀ ਹੌਲੀ ਮੰਗਦਾ,
ਸਾਧ ਸੰਗਤ ਜੀ ਆਪਾਂ ਨੂੰ ਅੱਜ ਸੰਗਤ ਪ੍ਰਾਪਤ ਹੋਈ ਹੈ ਤਾਂ ਪਤਾ ਨਹੀਂ ਇਸੇ ਕਿੰਨੇ ਜਨਮਾਂ ਤੋਂ ਇਸ ਦੀ ਮੰਗ ਕਰ ਰਹੇ ਹਾਂ ਤਾਂ ਆਪਾਂ ਨੂੰ ਪ੍ਰਾਪਤ ਹੋਈ ਹੈ। ਅੱਗੇ ਸਤਿਗੁਰੂ ਫਰਮਾਉਂਦੇ ਨੇ ਆਸਾ ਮਹਿਲਾ ਚੌਥਾ। ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜਿਨ੍ਹਾਂ ਨੇ ਭਾਈ ਜੇਠਾ ਜੀ ਤੋਂ ਯਾਤਰਾ ਸ਼ੁਰੂ ਕੀਤੀ। ਧੰਨ ਨੇ ਉਹ ਲੋਕ ਮਾਂ ਕੋਲ ਨਹੀਂ ਹੈ, ਬਾਪ ਸਿਰ ਤੇ ਨਹੀਂ ਹੈ, ਰਿਸ਼ਤੇਦਾਰਾਂ ਨੇ ਮੂੰਹ ਮੋੜ ਲਿਆ। ਯਾਤਰਾ ਭਾਈ ਜੇਠਾ ਜੀ ਤੋਂ ਸ਼ੁਰੂ ਕੀਤੀ। ਦੇਖੋ ਐਨ ਮੰਜ਼ਲੇ ਮਕਸੂਦ ਤੇ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਦੇ ਪਰਮ ਪਾਤੇ ਸੁਭਾਏਮਾਨ ਹੋ ਗਏ। ਮਹਾਰਾਜ ਫਰਮਾਉਂਦੇ ਨੇ ਗੁਰਮੁਖ ਹਰ ਹਰ ਵੇਲ ਵਧਾਈ, ਫਲ ਲਾਗੇ ਹਰ ਰਸ ਰਸਾਈ। ਗੁਰਮੁਖ ਨੇ ਹਰੀ ਦੇ ਨਾਮ ਦੀ ਵੇਲ ਨੂੰ ਵਧਾਇਆ ਹੈ, ਭਾਵ ਉਹਦੇ ਵਿੱਚ ਪ੍ਰੇਮ ਦਾ ਜਲ ਪਾਇਆ, ਸਿਦਕ ਦੀ ਖਾਦ ਪਾਈ ਹੈ, ਉਹ ਬੇਲ ਨੂੰ ਵਧਾਇਆ। ਜਦੋਂ ਬੇਲ ਪ੍ਰਫੁੱਲਤ ਹੋ ਗਈ ਫਿਰ ਮਹਾਰਾਜ ਕਹਿੰਦੇ ਫਲ ਲੱਗੇ ਹਰ ਰਸਕ ਰਸਾਈ। ਉਹਨੂੰ ਫਲ ਲੱਗੇ ਨੇ ਹਰੀ ਦੇ ਨਾਮ ਦੇ, ਰਸਕ ਮਿੱਠੇ ਸਵਾਦਲੇ, ਰਸਾਈ ਰਸ ਵਾਲੇ। ਉਹਨੂੰ ਬੜੇ ਸਵਾਦਲੇ ਰਸ ਵਾਲੇ ਫਲ ਲੱਗੇ ਨੇ, ਰਸਦਾਇਕ ਫਲ ਲੱਗੇ ਨੇ। ਸਾਧ ਸੰਗਤ ਜੀ ਹਰੀ ਦੇ ਨਾਮ ਦੀ ਇੰਨੀ ਕੁ ਬਰਕਤ ਹੈ, ਆਪਾਂ ਇੱਕ ਵਾਰੀ ਵੀ ਵਾਹਿਗੁਰੂ ਬੋਲਿਆ ਨਾ ਉਹਦੇ ਹੀ ਵੀ ਆਪਾਂ ਨੂੰ ਫਲ ਮਿਲਣਾ, ਕਿਉਂਕਿ ਗੁਰਬਾਣੀ ਇਸ ਗੱਲ ਦੀ ਗਵਾਹੀ ਦਿੰਦੀ ਹੈ ਕਿ ਉਹ ਤਿਲ ਨਹੀਂ ਭੰਨਿਆ ਘਾਲੇ। ਤਿਲ ਜਿੰਨਾ ਭੰਨਿਆ ਹੋਇਆ ਵੀ ਉਹ ਘਾਲਣਾ ਜਿਹੜੀ ਉਸ ਨੂੰ ਪ੍ਰਫੁੱਲਤ ਕਰਦੀ ਹੈ। ਮਹਾਰਾਜ ਜੀ ਕਹਿੰਦੇ ਜਿਨ੍ਹਾਂ ਗੁਰਮੁਖਾਂ ਨੇ ਇਹ ਹਰੀ ਦੇ ਨਾਮ ਦੀ ਵੇਲ ਨੂੰ ਵਧਾਇਆ ਉਸ ਨੂੰ ਮਿੱਠੇ ਸਵਾਦਲੇ ਰਸਦਾਇਕ ਫਲ ਲੱਗੇ ਨੇ। ਹਰ ਹਰ ਨਾਮ ਜਪ ਅਨੰਤ ਤਰੰਗਾ, ਜਪ ਜਪ ਨਾਮ ਗੁਰਮਤਿ ਸਾਹ ਲਾਹੀ, ਮਾਰਿਆ ਕਾਲ ਜਮ ਕੰਕਰ ਭੁਯੰਗਾ। ਕਹਿੰਦੇ ਹੇ ਭਾਈ ਤੂੰ ਵੀ ਹਰੀ ਦੇ ਨਾਮ ਨੂੰ ਜਪ। ਜਿਹੜਾ ਅਨੰਤ ਤਰੰਗਾਂ ਵਾਲਾ ਨਾਮ ਹੈ, ਬਹੁਤ ਸਾਰੀਆਂ ਲਹਿਰਾਂ ਵਾਲਾ ਨਾਮ ਹੈ, ਉਹ ਸਦਾ ਤੂੰ ਜਪ, ਉਹਦਾ ਜਾਪ ਕਰ। ਸਾਧ ਸੰਗਤ ਜੀ ਸਭ ਤੋਂ ਔਖਾ ਕੰਮ ਹੈ ਨਾਮ ਜਪਣਾ। ਦੇਖੋ ਕਿੰਨੇ ਸਾਇੰਸਦਾਨ ਹੋਏ ਨੇ ਜਿਨ੍ਹਾਂ ਦੀ ਬਦੌਲਤ ਅਸੀਂ ਸਰੀਰਕ ਸੁੱਖ ਮਾਣ ਰਹੇ ਹਾਂ, ਭੌਤਿਕ ਸੁੱਖ ਮਾਣ ਰਹੇ ਹਾਂ। ਸਾਡੀ ਯਾਤਰਾ ਸਾਇੰਸਦਾਨਾਂ ਕਰਕੇ ਸੌਖੀ ਹੋਈ ਹੈ। ਅਸੀਂ ਆਹ ਹਨੇਰੇ ਤੋਂ ਭਟਕਣ ਤੋਂ ਇਹ ਸਾਇੰਸਦਾਨਾਂ ਦੀ ਮਿਹਰਬਾਨੀ ਕਰਕੇ ਭਟਕੇ ਹਾਂ। ਪਰ ਦੇਖੋ ਗੁਰਮਤਿ ਇਸ ਗੱਲ ਨੂੰ ਮੰਨਦਾ ਹੈ ਕਿ ਇਹਨਾਂ ਕਾਢਾਂ ਕੱਢਣ ਤੋਂ ਵੀ ਔਖਾ ਕੰਮ ਹੈ ਪਰਮਾਤਮਾ ਦਾ ਨਾਮ ਜਪਣਾ। ਸੇਵਾ ਕਰਨੀ ਇੰਨੀ ਔਖੀ ਨਹੀਂ ਹੈਗੀ। ਸਰੀਰ ਨਾਲ ਕੀਤੀ ਜਾ ਰਹੀ ਆ, ਮਨ ਕਿਤੇ ਭੱਜਿਆ ਫਿਰਦਾ, ਆਪਾਂ ਫਿਰ ਵੀ ਭਾਂਡੇ ਮਾਂਜ ਰਹੇ ਹਾਂ, ਦਰੀਆਂ ਦੇ ਵੱਟ ਕੱਢ ਰਹੇ ਹਾਂ, ਗੁਰਦੁਆਰੇ ਜਾ ਕੇ ਝਾੜੂ ਲਾ ਰਹੇ ਹਾਂ। ਦਾਨ ਕਰਨਾ ਵੀ ਔਖਾ ਕੰਮ ਨਹੀਂ ਹੈ, ਬੇਸ਼ੱਕ ਔਖਾ ਹੈ ਪਰ ਨਾਮ ਜਪਣ ਜਿੰਨਾ ਔਖਾ ਨਹੀਂ। ਦਾਨ ਆਪਾਂ ਕਰ ਦਿੰਦੇ ਹਾਂ, ਫਿਰ ਵੀ ਆਪਾਂ ਕੋਈ ਦਸਵੰਧ ਕੱਢਦੇ ਹਾਂ, ਪਰ ਨਾਮ ਜਪਣਾ ਤਾਂ ਚੰਗਾ ਭਲਾ ਮਨ ਹੁੰਦਾ ਹੈ। ਜਦੋਂ ਆਪਾਂ ਨਾਮ ਜਪਣਾ ਸ਼ੁਰੂ ਕਰਦੇ ਹਾਂ ਮਨ ਦੇ ਵਿੱਚ ਉਹ ਖਿਆਲ ਆਉਂਦੇ ਨੇ ਜਿਹੜੇ ਕਦੇ ਸਾਡੇ ਚਿੱਤ ਚੇਤੇ ਵੀ ਨਹੀਂ ਹੁੰਦੇ। ਨੀਂਦ ਆਉਂਦੀ ਹੈ, ਫਿਰ ਸਰੀਰ ਥੱਕਦਾ, ਉਬਾਸੀਆਂ ਆਉਂਦੀਆਂ ਨੇ, ਆਲਸ ਪੈਂਦੀ ਹੈ। ਇਸ ਕਰਕੇ ਸਤਿਗੁਰੂ ਨੇ ਨਾਮ ਜਪਣ ਵਾਲਿਆਂ ਨੂੰ ਸੂਰਮਿਆਂ ਦਾ ਦਰਜਾ ਦਿੱਤਾ ਹੈ। ਕਹਿੰਦੇ ਹੇ ਭਾਈ ਤੂੰ ਜਿਹੜੀਆਂ ਬੇਅੰਤ ਲਹਿਰਾਂ ਵਾਲਾ ਨਾਮ ਹੈ ਉਸ ਨੂੰ ਜਪ। ਉਹਨੂੰ ਜਿਨ੍ਹਾਂ ਨੇ ਇਹ ਨਾਮ ਜਪਿਆ, ਜਪ ਜਪ ਨਾਮ ਗੁਰਮਤਿ ਸਾਹ ਲਾਹੀ, ਜਿਨ੍ਹਾਂ ਨੇ ਗੁਰੂ ਦੀ ਮੱਤ ਤੇ ਚੱਲ ਕੇ ਪਰਮਾਤਮਾ ਦਾ ਨਾਮ ਜਪਿਆ, ਉਹਦੀ ਸਿਫਤ ਸਲਾਹ ਕੀਤੀ ਹੈ, ਉਹਨਾਂ ਨੇ ਮਾਰਿਆ ਕਾਲ ਜਮ ਕੰਕਰ ਭੁਯੰਗਾ। ਉਹਨਾਂ ਨੇ ਮੌਤ ਨੂੰ, ਮੌਤ ਦੇ ਡਰ ਨੂੰ, ਜਮਾਂ ਦੇ ਡਰ ਨੂੰ, ਮੌਤ ਰੂਪੀ ਸੱਪ ਨੂੰ ਜਿਹੜਾ ਹੈ ਮਾਰ ਲਿਆ। ਭਾਵ ਉਹਨਾਂ ਨੂੰ ਮੌਤ ਤੋਂ ਡਰ ਨਹੀਂ ਲੱਗਦਾ। ਦੇਖੋ ਆਪਾਂ ਦੇਖਦੇ ਹਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਤੋਂ ਲੈ ਕੇ ਅੱਜ ਤੱਕ ਜਿੰਨੇ ਸ਼ਹੀਦ ਹੋਏ ਨੇ ਉਹਨਾਂ ਨੂੰ ਮੁਗਲਿਆ ਹਕੂਮਤ ਵੇਲੇ ਕਿਹਾ ਗਿਆ ਅਸੀਂ ਤੁਹਾਨੂੰ ਛੱਡ ਦੇਵਾਂਗੇ, ਤੁਹਾਨੂੰ ਜਿਹੜਾ ਹੈ ਬੜੇ ਬੜੇ ਨਵਾਬਾਂ ਦੀਆਂ ਕੁੜੀਆਂ ਨਾਲ ਡੋਲੇ ਦੇਵਾਂਗੇ, ਤੁਸੀਂ ਸਿੱਖੀ ਨੂੰ ਤਿਆਗ ਕੇ ਇਸਲਾਮ ਕਬੂਲ ਕਰ ਲਓ ਜਾਂ ਇਹ ਕਰ ਲਓ। ਉਹਨਾਂ ਨੂੰ ਬੜੇ ਬੜੇ ਲਾਲਚ ਦਿੱਤੇ ਗਏ, ਬੜੇ ਬੜੇ ਡਰਾਵੇ ਦਿੱਤੇ ਗਏ, ਕਿਉਂਕਿ ਉਹਨਾਂ ਨੇ ਮੌਤ ਰੂਪੀ ਸੱਪ ਨੂੰ ਮਾਰ ਲਿਆ ਸੀ। ਉਹਦਾ ਜੋ ਡਰ ਹੈ ਉਹਨੂੰ ਮਾਰ ਲਿਆ ਸੀ। ਜਮਾਂ ਤੋਂ ਉਹਨਾਂ ਨੂੰ ਕੋਈ ਡਰ ਨਹੀਂ ਲੱਗਦਾ ਸੀ। ਇਸ ਕਰਕੇ ਉਹਨਾਂ ਨੇ ਸਿੱਖੀ ਨੂੰ ਪਿਆਰ ਕੀਤਾ ਅਤੇ ਮੌਤ ਨੂੰ ਕਬੂਲ ਕਰ ਲਿਆ। ਆਮ ਸੰਸਾਰੀਆਂ ਵਾਸਤੇ ਮੌਤ ਬਹੁਤ ਦੁਖਦਾਈ ਹੁੰਦੀ ਹੈ। ਚਾਚਾ ਮਨਜੀਤ ਸਿੰਘ ਜੀ ਆਉਂਦੇ ਹੁੰਦੇ ਸੀ, ਉਹ ਸਾਨੂੰ ਇੱਕ ਉਦਾਹਰਣ ਦਿੰਦੇ ਹੁੰਦੇ ਸੀ। ਕਹਿੰਦੇ ਜਿਵੇਂ ਬਿੱਲੀ ਆਪਣੇ ਬੱਚੇ ਨੂੰ ਚੁੱਕਦੀ ਹੈ ਤਾਂ ਦੇਖੋ ਉਹ 7 ਕੋਠੇ ਲੈ ਜਾਂਦੀ ਹੈ ਚੱਕ ਕੇ ਆਪਣੇ ਬੱਚੇ ਨੂੰ, ਬਲਿਉਂਗੜੇ ਨੂੰ। ਛੋਟਾ ਜਿਹਾ ਬਲਿਉਂਗੜਾ ਹੁੰਦਾ ਜਿਹਦਾ ਮਾਸ ਬੜਾ ਕੋਮਲ ਹੁੰਦਾ,
ਉਸ ਨੂੰ ਚੱਕ ਕੇ 7 ਕੋਠੇ ਲੈ ਜਾਂਦੀ ਹੈ, ਉੱਚੀਆਂ ਨੀਵੀਆਂ ਕੰਧਾਂ ਤੋਂ ਛਾਲਾਂ ਵੀ ਮਾਰਦੀ ਹੈ, ਪਰ ਉਸ ਨੂੰ ਜਰਾ ਕੁ ਜਿੰਨੀ ਆਂਚ ਨਹੀਂ ਆਉਣ ਦਿੰਦੀ। ਪਰ ਉਸੇ ਮੂੰਹ ਨਾਲ, ਉਸੇ ਦੰਦਾਂ ਨਾਲ ਜਦੋਂ ਉਹ ਚੂਹੇ ਨੂੰ ਫੜਦੀ ਹੈ ਤਾਂ 1 ਸੈਕਿੰਡ ਤੋਂ ਪਹਿਲਾਂ ਉਹਨੂੰ ਉਧੇੜ ਕੇ ਰੱਖ ਦਿੰਦੀ ਹੈ। ਮੌਤ ਉਹੀ ਆ। ਜਦੋਂ ਉਹ ਆਮ ਲੋਕਾਂ ਨੂੰ ਆਉਂਦੀ ਹੈ ਤਾਂ ਗਰੁੜ ਪੁਰਾਣ ਦੇ ਵਿੱਚ ਇਹ ਲਿਖਿਆ ਹੈ ਕਿ ਜਿਵੇਂ 100 ਬਿੱਛੂ ਇਕੱਠਾ ਡੰਗ ਮਾਰੇ, ਉਹਦੀ ਜਿੰਨੀ ਪੀੜਾ ਹੁੰਦੀ ਹੈ ਉਸ ਤੋਂ ਵੱਧ ਪੀੜਾ ਮਨਮੁਖ ਨੂੰ ਮੌਤ ਵੇਲੇ ਹੁੰਦੀ ਆ। ਪਰ ਗੁਰੂ ਦੇ ਪਿਆਰਿਆਂ ਵਾਸਤੇ ਇਹ ਮੌਤ ਔਖੀ ਨਹੀਂ ਹੈ। ਗੁਰੂ ਦੇ ਪਿਆਰਿਆਂ ਵਾਸਤੇ ਇਹ ਮੌਤ ਇੱਕ ਖੇਡ ਹੈ। ਭਾਈ ਸਾਹਿਬ ਭਾਈ ਪਿਆਰੇ ਦਇਆ ਸਿੰਘ ਜੀ, ਜਦੋਂ ਉਹਨਾਂ ਨੂੰ ਹਜ਼ੂਰ ਸਾਹਿਬ ਦੀ ਧਰਤੀ ਤੇ ਇਹ ਲੱਗਿਆ ਕਿ ਹੁਣ ਗੁਰੂ ਕਲਗੀਧਰ ਪਿਤਾ ਨੇ ਸੱਚਖੰਡ ਨੂੰ ਗਮਨ ਕਰ ਜਾਣਾ, ਕਿਉਂਕਿ ਪਿਆਰ ਬਹੁਤ ਜ਼ਿਆਦਾ ਸੀ ਕਲਗੀਧਰ ਨਾਲ, ਇੱਕ ਮਿੱਕ ਹੋਏ ਸੀ। ਇਤਿਹਾਸ ਦੇ ਵਿੱਚ ਆਉਂਦਾ ਹੈ ਤਾਂ ਜਿੱਥੇ ਉਹਨਾਂ ਦਾ ਤਖਤ ਸਾਹਿਬ ਦੇ ਨਾਲ, ਭਾਵ ਜਿੱਥੇ ਗੁਰੂ ਮਹਾਰਾਜ ਦਾ ਇਹ ਬਣਿਆ ਹੋਇਆ ਸਥਾਨ, ਜਿੱਥੇ ਉਹਨਾਂ ਨੇ ਸੱਚਖੰਡ ਗਮਨ ਕੀਤਾ, ਉਹਦੇ ਨਾਲ ਇੱਕ ਸਥਾਨ ਬਣਿਆ ਹੋਇਆ ਜਿੱਥੇ ਮਾਤਾ ਭਾਗ ਕੌਰ ਅਤੇ ਭਾਈ ਧਰਮ ਸਿੰਘ ਤੇ ਭਾਈ ਦਇਆ ਸਿੰਘ ਦੇ ਉਹ ਸਥਾਨ ਬਣਿਆ ਹੋਇਆ ਨਾਲੇ ਉਤਰਦਿਆਂ। ਉਸ ਸਥਾਨ ਤੇ ਗਏ ਨੇ ਨਾਲੇ, ਉੱਥੇ ਉਹ ਲੇਟੇ ਨੇ, ਜਪਜੀ ਸਾਹਿਬ ਦਾ ਪਾਠ ਕੀਤਾ ਤੇ ਸਰੀਰ ਤਿਆਗਤਾ। ਕੋਈ ਮੌਤ ਉਹਨਾਂ ਲਈ ਦੁਖਦਾਈ ਨਹੀਂ। ਜਦੋਂ ਕਲਗੀਧਰ ਪਿਤਾ ਨੂੰ ਦੇਖਿਆ ਕਿ ਭਾਈ ਦਇਆ ਸਿੰਘ ਹੈ ਨਹੀਂ ਗੇ, ਉਹਨਾਂ ਨੇ ਆਵਾਜ਼ ਮਾਰੀ ਤੇ ਕਿਹਾ ਭਾਈ ਦਇਆ ਸਿੰਘ ਨੂੰ ਬੁਲਾਓ। ਕਹਿੰਦੇ ਸਤਿਗੁਰੂ ਉਹ ਤਾਂ ਤੁਹਾਡੇ ਜਾਣ ਤੋਂ ਪਹਿਲਾਂ ਸਰੀਰ ਤਿਆਗ ਗਏ, ਉਹ ਤਾਂ ਪਿਆ ਸਰੀਰ। ਕਹਿੰਦੇ ਉਹਨਾਂ ਦੇ ਪੈਰਾਂ ਵੱਲ ਜਾ ਕੇ ਖੜੋ ਤੇ ਜਾ ਕੇ ਪਾਣੀ ਦਾ ਛਿੱਟਾ ਦੇ ਕੇ ਕਹੋ ਭਾਈ ਦਇਆ ਸਿੰਘ ਤੈਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬੁਲਾਇਆ। ਜਦੋਂ ਕਿਹਾ ਉਹ ਸਤਨਾਮ ਵਾਹਿਗੁਰੂ ਕਰਦੇ ਖੜੇ ਹੋਏ ਤੇ ਮਹਾਰਾਜ ਦੇ ਕੋਲ ਆਏ। ਸਤਿਗੁਰੂ ਕਹਿੰਦੇ ਭਾਈ ਦਇਆ ਸਿੰਘ, ਜਦੋਂ ਸਭ ਤੋਂ ਪਹਿਲਾਂ ਸਿਰ ਮੰਗਿਆ ਤੂੰ ਹਾਜ਼ਰ ਕੀਤਾ, ਜਦੋਂ ਮੇਰੇ ਤੇ ਬਿਪਤਾ ਦੀਆਂ ਘੜੀਆਂ ਆਈਆਂ ਸਰੀਰਕ ਤੌਰ ਤੇ, ਉੱਦਾਂ ਮਾਨਸਿਕ ਤੌਰ ਤੇ ਤਾਂ ਕੋਈ ਬਿਪਤਾ ਦੀ ਘੜੀ ਨਹੀਂ ਆਉਂਦੀ ਗੁਰੂ ਪੀਰਾਂ ਤੇ, ਪਰ ਸਾਡੀਆਂ ਨਜ਼ਰਾਂ 'ਚ ਕਹਿੰਦੇ ਦੇਖੋ ਕਿਲਾ ਛੱਡਿਆ ਤਾਂ ਤੂੰ ਮੇਰੇ ਮੋਢੇ ਨਾਲ ਮੋਢਾ ਜੋੜਿਆ, ਸਰਸਾ ਨਦੀ ਦੇ ਕਿਨਾਰੇ ਤੇ ਪਰਿਵਾਰ ਵਿਛੜਿਆ ਤਾਂ ਤੂੰ ਮੇਰੇ ਨਾਲ ਸੀ, ਬਿਲਕੁਲ ਪਰਛਾਵੇਂ ਨਾਲ ਰਿਹਾ। ਮੇਰੇ ਵੱਡੇ ਬੱਚੇ ਸ਼ਹੀਦ ਹੋਏ ਤਾਂ ਤੂੰ ਉਹ ਦੁੱਖ ਦੀ ਘੜੀ ਦੇ ਵਿੱਚ ਮੇਰੇ ਨਾਲ ਸੀ। ਜਦੋਂ ਛੋਟੇ ਸਾਹਿਬਜ਼ਾਦਿਆਂ ਦੀ ਖਬਰ ਮਿਲੀ ਉਦੋਂ ਤੂੰ ਮੇਰੇ ਨਾਲ ਸੀ, ਪਰ ਹੁਣ ਜਦੋਂ ਮੇਰੇ ਤੇ ਇਹ ਮੈਂ ਜਾਣ ਲੱਗਿਆ ਤਾਂ ਤੂੰ ਮੇਰਾ ਸਾਥ ਛੱਡ ਗਿਆ। ਉਹ ਕਹਿੰਦੇ ਨਹੀਂ ਗੁਰੂ ਪਿਤਾ ਜੀ, ਇਹ ਗੱਲ ਨਹੀਂ ਹੈ। ਗੱਲ ਤਾਂ ਇਹ ਵੀ ਜਿਸ ਪਿਆਰੇ ਸੋ ਨੇਹ ਤਿਸ ਆਗਿਆ ਮਰ ਚੱਲੀਐ, ਤਿਰਗ ਜੀਵਨ ਸੰਸਾਰ ਤਾਂ ਕਹਿ ਪਾਛੈ ਜੀਵਨ। ਗੁਰੂ ਪਿਤਾ, ਮੈਂ ਤੁਹਾਡਾ ਵਿਛੋੜਾ ਨਹੀਂ ਬਰਦਾਸ਼ਤ ਕਰ ਸਕਦਾ। ਬੇਸ਼ੱਕ ਆਪਾਂ ਆਤਮਿਕ ਤੌਰ ਤੇ ਇੱਕ ਮਿੱਕ ਹੋ ਗਏ, ਪਰ ਤੁਹਾਡੇ ਸਰੀਰ ਦਾ ਜੋ ਮੈਂ ਆਨੰਦ ਮਾਣਿਆ, ਤੁਹਾਡੇ ਸਰੀਰ ਦੀ ਵਾਈਬ੍ਰੇਸ਼ਨ ਜੋ ਮੈਂ ਮਾਣੀ ਹੈ, ਮੈਂ ਉਹ ਤੋਂ ਬਗੈਰ ਨਹੀਂ ਰਹਿ ਸਕਦਾ। ਮੈਂ ਤੁਹਾਡੇ ਤੋਂ ਪਹਿਲਾਂ ਸੱਚਖੰਡ ਜਾਣਾ। ਉਹ ਕਹਿੰਦੇ ਫਿਰ ਜਾ, ਤੂੰ ਜਾ ਤੇ ਸਾਡਾ ਸੁਨੇਹਾ ਲੈ ਜਾ। ਦੁਬਾਰੇ ਫਿਰ ਸ਼ਬਦ ਪੜਿਆ ਮਹਾਰਾਜ ਨੇ, ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ, ਇਹ ਸਾਡਾ ਸੁਨੇਹਾ ਜਾ ਕੇ ਲਾ ਦੇ, ਤੂੰ ਜਾ। ਸੋ ਇਹ ਹੈ ਗੁਰਸਿੱਖਾਂ ਵਾਸਤੇ ਮੌਤ ਕੋਈ ਦੁਖਦਾਈ ਨਹੀਂ ਹੈ। ਉਹਨਾਂ ਨੇ ਤਾਂ ਮੌਤ ਰੂਪੀ ਸੱਪ ਨੂੰ ਜਿੱਤ ਲਿਆ, ਜਮ ਕੰਕਰਾਂ ਦੇ ਡਰ ਨੂੰ ਮਾਰ ਦਿੱਤਾ। ਰਹਾਉ ਤੋਂ ਬਾਅਦ ਸਤਿਗੁਰੂ ਫਰਮਾਉਂਦੇ ਨੇ, ਹਰ ਹਰ ਗੁਰ ਮੈਂ ਭਗਤ ਰਖਾਈ, ਗੁਰ ਤੁਠਾ ਸਿੱਖ ਦੇਵੈ ਮੇਰੇ ਭਾਈ। ਹਰੀ ਪਰਮਾਤਮਾ ਨੇ ਹਰੀ ਦੀ ਭਗਤੀ ਨੂੰ ਗੁਰੂ ਦੇ ਵਿੱਚ ਰੱਖਿਆ। ਭਾਵ ਆਪਾਂ ਪੜ੍ਹਦੇ ਨਾ ਆਸਾ ਦੀ ਵਾਰ ਦੇ ਵਿੱਚ, ਸਤਿਗੁਰ ਭਗਤ ਭੰਡਾਰ ਹੈ ਸਿੱਖ ਦੇ ਹਰ ਰਾਸੇ। ਸਤਿਗੁਰੂ ਭਗਤੀ ਦਾ ਬਹੁਤ ਵੱਡਾ ਅਖੁੱਟ ਭੰਡਾਰ ਹੈ। ਉਹ ਕਰੋੜਾਂ ਸਿੱਖਾਂ ਨੂੰ ਵੀ ਦੇਈ ਦੇਵੇ ਨਾ ਭਗਤੀ ਤਾਂ ਵੀ ਉਹਦੇ ਕੋਲ ਭੰਡਾਰਾ ਨਹੀਂ ਮੁੱਕਦਾ। ਗੁਰੂ ਪਾਤਸ਼ਾਹ ਫਰਮਾਉਂਦੇ ਨੇ, ਹਰੀ ਪਰਮਾਤਮਾ ਨੇ ਹਰੀ ਦੀ ਭਗਤੀ ਦਾ ਭੰਡਾਰਾ ਗੁਰੂ ਦੇ ਵਿੱਚ ਰੱਖਿਆ। ਸਾਧ ਸੰਗਤ ਜੀ ਆਪਾਂ ਵਿਚਾਰ ਕਰੀਏ, ਗੁਰੂ ਤੇ ਹਰੀ ਵਿੱਚ ਕੋਈ ਫਰਕ ਨਹੀਂ। ਸ਼ਬਦ ਰੂਪ ਦੇ ਵਿੱਚ ਗੁਰੂ ਗੁਰੂ ਹੈ ਤੇ ਨਿਰਗੁਣ ਸਰੂਪ ਦੇ ਵਿੱਚ ਪਰਮਾਤਮਾ ਪਰਮਾਤਮਾ। ਉਹੀ ਪਰਮਾਤਮਾ ਜਦੋਂ ਸਾਡੇ ਤੇ ਤਰੁੱਠਦਾ ਹੈ ਸਾਨੂੰ ਉਹ ਸਿੱਖਿਆ ਦਿੰਦਾ ਹੈ, ਕਿਉਂਕਿ ਉਹ ਪਰਮਾਤਮਾ ਦਾ ਨਿਰੰਕਾਰ ਹੈ। ਅਸੀਂ ਉਸ ਨੂੰ ਦੇਖ ਨਹੀਂ ਸਕਦੇ, ਅਸੀਂ ਉਸ ਨੂੰ ਸੁਣ ਨਹੀਂ ਸਕਦੇ। ਇਸ ਕਰਕੇ ਜਦੋਂ ਉਹ ਪਰਮਾਤਮਾ ਦਿਆਲਤਾ ਦੇ ਘਰ ਵਿੱਚ ਆਉਂਦਾ ਹੈ ਤਾਂ ਉਹ ਇੱਕ ਆਕਾਰ ਧਾਰਨ ਕਰਦਾ, ਇੱਕ ਸਰੀਰ ਧਾਰਨ ਕਰਦਾ। ਉਹ ਸਾਡੇ ਲੈਵਲ ਤੇ ਆ ਕੇ ਸਾਡੀ ਭਾਸ਼ਾ ਦੇ ਵਿੱਚ, ਸਾਡੀ ਬੋਲੀ ਦੇ ਵਿੱਚ ਸਾਨੂੰ ਉਪਦੇਸ਼ ਦਿੰਦਾ, ਸਾਡੇ ਤੇ ਕਿਰਪਾ ਕਰਦਾ। ਗੁਰੂ ਤੇ ਪਰਮਾਤਮਾ ਦੇ ਵਿੱਚ ਕੋਈ ਫਰਕ ਨਹੀਂ ਹੈ। ਜਿਵੇਂ ਸਮੁੰਦਰ ਦਾ ਪਾਣੀ ਅਸੀਂ ਗਲਾਸ 'ਚ ਲੈ ਆਈਏ,
ਜਿਹੜੇ ਤੱਤ ਸਮੁੰਦਰ ਦੇ ਪਾਣੀ 'ਚ ਨੇ ਉਹੀ ਤੱਤ ਉਹ ਗਲਾਸ ਵਾਲੇ ਪਾਣੀ 'ਚ ਨੇ। ਬਸ ਇੰਨਾ ਕੁ ਫਰਕ ਹੈ, ਉਹ ਵਿਸ਼ਾਲ ਹੈ, ਉਹ ਇੱਕ ਸੀਮਾ ਦੇ ਵਿੱਚ ਸਰੀਰ ਦੇ ਵਿੱਚ ਆਉਣ ਕਰਕੇ ਸਰੀਰ ਦੀ ਮਰਿਆਦਾ ਨੂੰ ਵੀ ਪੂਰੀਆਂ ਕਰਦੇ ਨੇ। ਹੁਣ ਭਗਤੀ ਰਖਤੀ ਗੁਰ ਤੁਠਾ ਸਿੱਖ ਦੇਵੈ ਮੇਰੇ ਭਾਈ। ਜਿਸ ਸਿੱਖ ਦੇ ਉੱਤੇ ਗੁਰੂ ਤੁਰਠਦਾ ਉਹਨੂੰ ਭਗਤੀ ਦੇ ਭੰਡਾਰ ਦਿੰਦਾ। ਹੇ ਮੇਰੇ ਭਰਾ, ਇਸ ਕਰਕੇ ਗੁਰੂ ਦੀ ਸੁਪ੍ਰਸੰਨਤਾ ਅਤੀ ਜ਼ਰੂਰੀ ਆ। ਗੁਰੂ ਨੂੰ ਖੁਸ਼ ਕਿਵੇਂ ਕਰਨਾ ਉਹ ਇੱਕ ਵੱਖਰਾ ਵਿਸ਼ਾ ਹੈ। ਬਾਬਾ ਜੀ ਆਪਾਂ ਨੂੰ ਰੋਜ਼ ਦੱਸਦੇ ਨੇ ਗੁਰੂ ਨੂੰ ਖੁਸ਼ ਕਰਨਾ। ਆਪਾਂ ਜਿਹਦੇ ਆਖੇ ਲੱਗਦੇ ਹਾਂ ਸਾਧ ਸੰਗਤ ਜੀ, ਉਹਦੀ ਖੁਸ਼ੀ ਸਾਡੇ ਤੇ ਆਏ ਜਾਂਦੀ ਆ। ਹੁਣ ਆਪਣੇ ਬਾਬਾ ਜੀ ਨੇ, ਆਪਾਂ ਬਾਬਾ ਜੀ ਦੇ ਹੁਕਮ ਨੂੰ ਮੰਨਾਂਗੇ, ਇਹਨਾਂ ਦੇ ਆਖੇ ਲੱਗਾਂਗੇ, ਇਹਨਾਂ ਦੀ ਖੁਸ਼ੀ ਆਪਣੇ ਤੇ ਆਏਗੀ ਆਏਗੀ। ਜੇ ਹੁਣ ਸਾਨੂੰ ਕੰਮ ਕਹਿਣ ਮੇਰੇ ਵਰਗੇ ਨੂੰ, ਉਹ ਬਾਬਾ ਜੀ ਮੈਂ ਤਾਂ ਨਹੀਂ ਜਾ ਸਕਦਾ, ਬਾਬਾ ਜੀ ਮੈਂ ਤਾਂ ਨਹੀਂ ਕਰ ਸਕਦਾ, ਕਿਵੇਂ ਖੁਸ਼ੀ ਆਏਗੀ? ਹੁਣ ਦੇਖੋ ਬਾਬਾ ਜੀ ਕਹਿੰਦੇ ਨੇ ਭਾਈ ਨਿਯਮ ਯਾਦ ਕਰੋ। ਗੁਰਬਾਣੀ ਦਾ ਪਾਠ ਇਹ ਪੁਸਤਕ ਖੋਲ੍ਹ ਕੇ ਪਹਿਲਾਂ ਇਹਦੇ ਉਚਾਰਨ ਪੜ੍ਹੋ, ਫਿਰ ਇਹਦੇ ਅਰਥ ਪੜ੍ਹੋ, ਫਿਰ ਉਹ ਅੰਗ ਪੜ੍ਹੋ। ਜੇ ਨਹੀਂ ਪਤਾ ਲੱਗਦਾ ਉਹਨੂੰ ਦੁਬਾਰਾ ਦੇਖ ਲਓ। ਹੁਣ ਜਿਨ੍ਹਾਂ ਨੇ ਮੰਨ ਲਿਆ ਜਾਣੇ ਅਣਜਾਣੇ, ਉਹਨਾਂ ਤੇ ਖੁਸ਼ੀ ਬਾਬਾ ਜੀ ਦੀ ਆਏਗੀ ਆਏਗੀ। ਪਾਠੀ ਦੇ ਪਾਠ ਕਰਨ ਤੋਂ ਪਤਾ ਲੱਗ ਜਾਂਦਾ ਵੀ ਇਹਨੇ ਮਿਹਨਤ ਕੀਤੀ ਹੈ ਜਾਂ ਨਹੀਂ ਕੀਤੀ, ਜਾਂ ਐਵੇਂ ਥੁੱਕ ਨਾਲ ਬੜੇ ਪਕਾ ਰਿਹਾ। ਜਿਹਦੇ ਵੀ ਆਪਾਂ ਆਖੇ ਲੱਗਦੇ ਹਾਂ ਉਹਦੀ ਖੁਸ਼ੀ ਆਏਗੀ ਆਏਗੀ। ਸਾਧ ਸੰਗਤ ਜੀ, ਗੁਰੂ ਦੇ ਹੁਕਮ ਨੂੰ ਮੰਨਣਾ ਹੈ ਤਾਂ ਬਹੁਤ ਔਖਾ। ਗੁਰੂ ਦਾ ਕੀ ਪਤਾ, ਗੁਰੂ ਕਹਿੰਦੇ ਸਿੱਖਾ ਮੈਨੂੰ ਸਿਰ ਚਾਹੀਦਾ। ਗੁਰੂ ਦਾ ਪਤਾ ਕੋਈ ਨਹੀਂ ਨਾ। ਗੁਰੂ ਕਹਿੰਦੇ ਸਿੱਖਾ ਮੈਨੂੰ ਤੇ ਸਿਰ ਚਾਹੀਦਾ। ਗੁਰੂ ਕਹਿੰਦੇ ਲੈ ਵੀ ਮਿੱਤਰਾ ਜਿਹੜਾ ਤੇਰਾ ਬਟੂਆ ਰੱਖ ਦੇ ਮੇਰੇ ਅੱਗੇ। ਹੈ ਤਾਂ ਬਹੁਤ ਔਖਾ, ਪਰ ਜਿਨ੍ਹਾਂ ਨੇ ਗੁਰੂ ਦਾ ਹੁਕਮ ਮੰਨ ਲਿਆ ਸਾਧ ਸੰਗਤ ਜੀ, ਉਹ ਗੁਰੂ ਦੇ ਵਾਂਗ ਹੀ ਪੂਜਨੀਕ ਹੋ ਗਏ। ਇਹ ਵੀ ਪੱਕੀ ਗੱਲ ਹੈ। ਉਹਨਾਂ ਦੀਆਂ ਯਾਦਾਂ ਦੇ ਵਿੱਚ ਵੀ ਗੁਰਦੁਆਰੇ ਬਣ ਗਏ, ਉਹਨਾਂ ਦੀਆਂ ਯਾਦਾਂ ਦੇ ਵਿੱਚ ਵੀ ਜੋੜ ਮੇਲੇ ਲੱਗਦੇ ਨੇ, ਉਹਨਾਂ ਦੀਆਂ ਯਾਦਾਂ ਤੇ ਵੀ ਲੰਗਰ ਚੱਲਦੇ ਨੇ, ਕਿਉਂਕਿ ਗੁਰੂ ਦਾ ਹੁਕਮ ਮੰਨ ਲਿਆ। ਗੁਰੂ ਦੇ ਹੁਕਮ ਤੇ ਹੁਕਮ ਮੰਨਿਆ ਹੋਵੇ ਪ੍ਰਵਾਨ, ਤਾਂ ਖਸਮੈ ਕਾ ਮਹਿਲ ਪਾਏ ਸੀ। ਖਸਮ ਦਾ ਮਹਿਲ ਉਹਨਾਂ ਨੂੰ ਹੀ ਪ੍ਰਾਪਤ ਹੁੰਦਾ ਜਿਨ੍ਹਾਂ ਨੇ ਗੁਰੂ ਦੇ ਹੁਕਮ ਨੂੰ ਮੰਨਿਆ। ਹੈ ਬਹੁਤ ਔਖਾ, ਪਰ ਇੱਕ ਗੱਲ ਹੈ ਸਾਧ ਸੰਗਤ ਜੀ, ਜਿਹੜਾ ਕੰਮ ਜਿੰਨਾ ਔਖਾ ਹੁੰਦਾ ਨਾ ਉਹਦਾ ਫਲ ਓਨਾ ਹੀ ਮਿੱਠਾ ਹੁੰਦਾ। ਹੁਣ PCS IAS ਦਾ ਜਿਹੜਾ ਟੈਸਟ ਕਲੀਅਰ ਕਰਨਾ ਸੌਖਾ ਨਹੀਂ ਹੈ ਨਾ। ਜਿਨ੍ਹਾਂ ਨੇ ਸੌਖਾ ਕਰ ਲਿਆ ਸਾਧ ਸੰਗਤ ਜੀ, ਫਿਰ ਬੜੇ ਬੜੇ ਅਫਸਰ ਉਹਨੂੰ ਸਲੂਟ ਮਾਰਦੇ ਨੇ। ਸਾਡੇ ਵਰਗੇ ਜਾ ਕੇ ਅੱਗੋਂ ਉਹਨਾਂ ਦੇ ਲੇਲਗੜੀਆਂ ਕੱਢਦੇ ਨੇ, ਕਿਉਂਕਿ ਔਖਾ ਕੰਮ ਕਰ ਲਿਆ। ਗੁਰੂ ਦਾ ਹੁਕਮ ਮੰਨਣਾ ਹੈ ਤਾਂ ਇਸ ਤਰ੍ਹਾਂ ਜਿਵੇਂ ਪਹਾੜ ਦੀ ਸਿੱਧੀ ਚੜ੍ਹਾਈ ਚੜ੍ਹਨਾ, ਪਰ ਗੁਰੂ ਦੀ ਕਿਰਪਾ ਨਾਲ ਹੀ ਹੁਕਮ ਮੰਨਿਆ ਜਾਂਦਾ ਹੈ। ਉਹਦੇ ਚਰਨਾਂ 'ਚ ਬੇਨਤੀਆਂ ਇਹੀ ਕਰਨੀਆਂ, ਸਤਿਗੁਰੂ ਅਸੀਂ ਅਲਪੱਗ ਜੀਵ ਹਾਂ, ਸਾਡੀ ਕੀ ਔਕਾਤ ਹੈ ਕਿ ਅਸੀਂ ਤੁਹਾਡਾ ਹੁਕਮ ਮੰਨ ਲਈਏ। ਤੁਸੀਂ ਆਪੇ ਸਮਰੱਥਾ ਬਖਸ਼ਣੀਆਂ, ਆਪੇ ਸੁਬੁੱਧੀ ਬਖਸ਼ਣੀਆਂ, ਤੁਸੀਂ ਆਪੇ ਕਿਰਪਾ ਕਰਨੀ ਹੈ। ਹਉਮੈ ਕਰਮ ਕਿਛ ਬਿਦ ਨਹੀਂ ਜਾਣੈ, ਜਿਉ ਕੁੰਚਰ ਨਹਾਏ ਖਾਕ ਸਿਰ ਛਾਣੈ। ਜਿਹੜਾ ਆਮ ਬੰਦਾ ਹੈ, ਮਨਮੁਖ ਬੰਦਾ, ਉਹ ਹਉਮੈ ਦੇ ਵਿੱਚ ਕਰਮ ਕਰਦਾ। ਮੈਂ ਪੜ੍ਹ ਗਿਆ ਜੀ, ਮੈਂ ਇੰਨੇ ਨੰਬਰ ਲੈ ਲਏ ਜੀ, ਮੈਂ ਫਲਾਣਾ ਟੈਸਟ ਕਲੀਅਰ ਕਰ ਲਿਆ ਜੀ, ਮੈਂ 4 ਪਲਾਟ ਵੀ ਖਰੀਦ ਲਏ, ਮੈਂ ਐਡੀ ਵੱਡੀ ਕੋਠੀ ਪਾਈ ਹੈ, ਮੈਂ ਬੱਚਿਆਂ ਨੂੰ ਸੈੱਟ ਕਰਤਾ, ਮੈਨੂੰ ਆਹ ਚੀਜ਼ ਦਾ ਗਿਆਨ ਹੈ, ਮੈਨੂੰ ਇਹ ਫਲਾਣਾ ਧਿਮਕਾ, ਮੈਂ ਨਿਤਨੇਮੀ ਹਾਂ ਜੀ, ਮੈਂ ਗੁਰਦੁਆਰੇ ਨੰਗੇ ਪੈਰੀਂ ਜਾਂਦਾ। ਉਹ ਹਉਮੈ ਦੇ ਵਿੱਚ ਕਰਮ ਕਰਦਾ, ਪਰ ਕਿਛ ਬਿਦ ਨਹੀਂ ਜਾਣਾ। ਨਾਮ ਜਪਣ ਦੀ ਵਿਧੀ ਉਹ ਕੁਛ ਵੀ ਨਹੀਂ ਜਾਣਦਾ। ਗੁਰੂ ਨੂੰ ਪ੍ਰਸੰਨ ਕਿਵੇਂ ਕਰਨਾ ਉਹਦੀ ਵਿਧੀ ਉਹ ਕੁਛ ਵੀ ਨਹੀਂ ਜਾਣਦਾ। ਸਾਧ ਸੰਗਤ ਜੀ, ਹਉਮੈ ਦੇ ਨਾਲ ਗੁਰੂ ਪਰਮਾਤਮਾ ਕਦੀ ਪ੍ਰਸੰਨ ਨਹੀਂ ਹੁੰਦਾ। ਉਹਦਾ ਤਾਂ ਹੰਕਾਰ ਨਾਲ ਹਮੇਸ਼ਾ ਕਜੋੜ ਹੈ। ਉਹ ਗੁਰੂ ਦੀ ਪ੍ਰੀਤ ਤਾਂ ਪ੍ਰੇਮ ਦੇ ਭਾਵਨਾ ਦੇ ਨਾਲ ਹੈ। ਜਿਹੜੇ ਸਿੱਖ ਭਾਵਨਾ ਦੇ ਵਿੱਚ ਜ਼ਿੰਦਗੀ ਜਿਉਂਦੇ ਨੇ, ਜਿਹੜੇ ਸਿੱਖ ਪ੍ਰੇਮ ਦੇ ਨਿਮਰਤਾ ਦੇ ਨਾਲ ਜ਼ਿੰਦਗੀ ਜਿਉਂਦੇ ਨੇ, ਗੁਰੂ ਤਾਂ ਉਹਨਾਂ ਦੇ ਤੁਰਠਦਾ। ਕਹਿੰਦੇ ਉਹ ਹਉਮੈ ਦੇ ਕਰਮ ਤਾਂ ਕਰਦੇ ਨੇ, ਪਰ ਕਿਸੇ ਵਿਧ ਨਹੀਂ ਜਾਣਾ। ਨਾਮ ਜਪਣ ਦੀ, ਗੁਰੂ ਨੂੰ ਪ੍ਰਸੰਨ ਕਰਨ ਦੀ ਉਹ ਵਿਧੀ ਨਹੀਂ ਜਾਣਦੇ। ਉਹਨਾਂ ਦਾ ਕੰਮ ਤਾਂ ਐਂ ਹੈ, ਅੱਗੇ ਉਦਾਹਰਨ ਦਿੱਤੀ ਆ ਸਤਿਗੁਰੂ ਨੇ, ਜਿਉਂ ਕੁੰਚਰ ਨਹਾਏ ਖਾਕ ਸਿਰ ਛਾਣੈ। ਖਾਕ ਖੱਖੇ ਦੇ ਪੈਰ 'ਚ ਬਿੰਦੀ ਨਾਲ ਬੋਲਣਾ ਖਾਕ। ਕਹਿੰਦੇ ਉਹ ਤਾਂ ਐਂ ਜਿਵੇਂ ਹਾਥੀ ਨਹਾਉਂਦਾ ਦਰਿਆ ਦੇ ਵਿੱਚ, ਉਹ ਬਾਹਰ ਨਿਕਲਦਾ, ਉੱਤੇ ਮਿੱਟੀ ਰੇਤਾ ਚਿੱਕੜ ਆਪਣੀ ਸੁੰਡ ਨਾਲ ਆਪੇ ਪਾ ਲੈਂਦਾ। ਹਾਥੀ ਨੂੰ ਕੋਈ ਹੋਰ ਨਹੀਂ ਲਪੇਟਦਾ, ਉਹ ਆਪੇ ਲਿਬੜਦਾ। ਸਾਧ ਸੰਗਤ ਜੀ, ਬਿਲਕੁਲ ਉਹੀ ਹਾਲ ਸਾਡਾ। ਸਾਨੂੰ ਕੋਈ ਹੋਰ ਨਹੀਂ ਲਪੇਟਦਾ, ਅਸੀਂ ਆਪ ਲਿਬੜਦੇ ਹਾਂ। ਬਾਬਾ ਕਬੀਰ ਜੀ ਕਹਿੰਦੇ ਨੇ, ਹਾਥ ਦੀ ਕੂਏ ਪਰ। ਉਸ ਤੋਂ ਪਹਿਲੀ ਪੰਗਤੀ ਆ, ਮਨ ਜਾਣੈ ਸਭ ਬਾਤ, ਜਾਣਤ ਹੀ ਔਗਣ ਕਰਿਆ। ਸਾਡੇ ਮਨ ਨੂੰ ਪਤਾ ਵੀ ਰਿਸ਼ਵਤ ਲੈਣੀ ਪਾਪ ਹੈ।
ਸਾਡੇ ਮਨ ਨੂੰ ਪਤਾ ਵੀ ਮੈਂ ਭੈਣ ਨਾਲ ਜਾਂ ਭਰਾ ਨਾਲ ਠੱਗੀ ਮਾਰ ਰਿਹਾ, ਸਾਡੇ ਮਨ ਨੂੰ ਪਤਾ ਵੀ ਮੈਂ ਹੁਣ ਫਲਾਣੇ ਦੀ ਨਿੰਦਿਆ ਕਰ ਰਿਹਾ, ਚੁਗਲੀ ਕਰ ਰਿਹਾ, ਜਾਣਦਾ ਹੋਇਆ ਵੀ ਇਹ ਜਿਹੜੇ ਨਖਿੱਧ ਕਰਮ ਕਰਦਾ, ਜਾਣਦਾ ਭਾਵ ਹਾਥੀ ਵਾਂਗੂ ਆਪਣੇ ਆਪ ਨੂੰ ਆਪ ਲਵੇੜ ਰਿਹਾ, ਆਪਣੇ ਆਪ ਨੂੰ। ਹੁਣ ਕਹਿੰਦੇ ਉਹਦਾ ਕੰਮ ਤਾਂ ਇਹ ਹੈ ਵੀ ਹਾਥੀ ਨਹਾਉਂਦਾ ਫਿਰ ਆਪਣੇ ਸਿਰ 'ਚ ਰੇਤਾ ਮਿੱਟੀ ਚਿੱਕੜ ਆਪੇ ਪਾਉਂਦਾ, ਹੋਰ ਨਹੀਂ ਕੋਈ ਪਾਉਂਦਾ। ਅੱਗੇ ਸਤਿਗੁਰੂ ਕਹਿੰਦਾ ਜੇ ਵਡ ਭਾਗ ਹੋਵੇਂ ਵਡ ਉੱਚੇ, ਨਾਨਕ ਨਾਮ ਜਪੈ ਸੱਚ ਸੂਚੇ। ਕਹਿੰਦੇ ਜੇ ਵੱਡੇ ਭਾਗ ਹੋਣ, ਸਾਧ ਸੰਗਤ ਜੀ ਜਿਹੜੇ ਅਸੀਂ ਦੁਨਿਆਵੀ ਬੰਦੇ ਆ ਨਾ, ਸਾਡਾ ਪੈਮਾਨਾ ਹੋਰ ਹੈ। ਅਸੀਂ ਵੱਡੇ ਭਾਗਾਂ ਵਾਲਾ ਉਹਨੂੰ ਕਹਿੰਦੇ ਆ ਕਿਸੇ ਕੋਲੇ ਵੱਡੀ ਸਾਰੀ ਕੋਠੀ ਹੈ, ਵੱਡੀ ਸਾਰੀ ਕਾਰ ਹੈ, ਪਰਿਵਾਰ ਇਕੱਠਾ ਹੈ, ਬੱਚੇ ਸੈੱਟ ਹੋ ਗਏ, ਅਸੀਂ ਕਹਿੰਦੇ ਯਾਰ ਬੜੇ ਭਾਗਾਂ ਵਾਲਾ ਬੰਦਾ ਹੈ, ਇਹਦੇ ਕੋਲ ਤਾਂ ਰੁਪਈਆ ਪੈਸਾ ਬੈਂਕ ਬੈਲੈਂਸ ਬਹੁਤ ਹੈ, ਇਹਦੇ ਕੋਲ ਤਾਂ ਜ਼ਮੀਨ ਜਾਇਦਾਦ ਬਹੁਤ ਹੈ, ਆਪਾਂ ਉਹਨੂੰ ਵੱਡੇ ਭਾਗਾਂ ਵਾਲਾ ਪੈ ਕਹਿੰਦੇ ਹਾਂ। ਪਰ ਜੇ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਪੁੱਛੀਏ ਜੀ ਵੱਡੇ ਭਾਗਾਂ ਵਾਲਾ ਕੌਣ ਹੈ, ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੀ ਕਹਿੰਦੇ ਨੇ, ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰ ਚਰਨੀ ਜਾਏ ਪੜਤਿਆ। ਸਭ ਤੋਂ ਵੱਡੇ ਭਾਗ ਤਾਂ ਗੁਰੂ ਦੇ ਸਿੱਖਾਂ ਦੇ ਨੇ, ਜਿਹੜੇ ਆ ਕੇ ਗੁਰੂ ਦੇ ਚਰਨਾਂ ਦੇ ਵਿੱਚ ਨਿਮਰਤਾ ਨਾਲ ਝੁਕਦੇ ਨੇ, ਜਿਹੜੇ ਗੁਰੂ ਦੇ ਚਰਨਾਂ ਤੇ ਮੱਥਾ ਟੇਕਦੇ ਨੇ। ਸਾਧ ਸੰਗਤ ਜੀ ਫਿਰ ਇਹ ਹੈ ਜੇ ਆਪ ਜੀ ਆਇਓ, ਗੁਰੂ ਦੇ ਪਿਆਰ ਨੂੰ ਹਿਰਦੇ 'ਚ ਰੱਖ ਕੇ ਆਇਓ, ਗੁਰੂ ਦੀ ਗੱਲ ਸੁਣਨ ਆਇਓ, ਫਿਰ ਤੁਹਾਡੇ ਤੋਂ ਵੱਡੇ ਭਾਗ ਕਿਹਦੇ ਹੋਣਗੇ? ਕਿਸੇ ਦੇ ਵੀ ਨਹੀਂ, ਕਿਸੇ ਦੇ ਵੀ ਨਹੀਂ। ਮਹਾਰਾਜ ਕਹਿੰਦੇ ਜੇ ਵੱਡੇ ਭਾਗ ਹੋਣ, ਬਹੁਤ ਉੱਚੇ ਵੱਡੇ ਭਾਗ ਹੋਣ, ਫਿਰ ਕੀ ਹੁੰਦਾ? ਨਾਨਕ ਨਾਮ ਜਪੈ। ਹੈ ਨਾਨਕ ਉਹ ਨਾਮ ਜਪਦੇ ਨੇ, ਫਿਰ ਨਾਮ ਜਪਦੇ ਨੇ। ਉਹ ਇੱਕ ਤਾਂ ਹੁੰਦਾ ਨਾ ਕੰਨ ਰਸ, ਮੇਰਾ ਗੁਆਂਢੀ ਜਾਂਦਾ ਕਥਾ ਸੁਣਨ, ਮੈਂ ਕਿਉਂ ਪਿੱਛੇ ਰਹਾਂ, ਫਲਾਣਾ ਜਾਂਦਾ ਮੈਂ ਕਿਉਂ ਪਿੱਛੇ ਰਹਾਂ, ਜਾਂ ਇਹ ਆਪਦੀ ਹਉਮੈ ਨੂੰ ਪੱਠੇ ਪਾਉਣ ਵਾਸਤੇ ਲੋਕ ਕਹਿਣਗੇ ਲੈ ਜਾ ਰਹੇ ਇੰਨੇ ਸਾਲਾਂ ਤੋਂ ਆ ਰਿਹਾ, ਹਉਮੈ ਨੂੰ ਪੱਠੇ ਪਾਉਣ ਵਾਸਤੇ। ਪਰ ਇਸ ਤੋਂ ਵੀ ਅੱਗੇ ਉੱਚੇ ਭਾਗ ਨੇ, ਵੈਸੇ ਫਿਰ ਵੀ ਵੱਡੇ ਭਾਗ ਨੇ, ਆਪਾਂ ਕਥਾ ਸੁਣਨ ਆਉਂਦੇ ਹਾਂ, ਸੰਗਤ ਕਰਨ ਆਉਂਦੇ ਹਾਂ। ਇਸ ਤੋਂ ਵੀ ਵੱਡੇ ਭਾਗ ਇਹ ਨੇ ਜੇ ਸੰਗਤ ਦੀ ਗੱਲ ਸੁਣ ਕੇ ਉਹਨੂੰ ਮੰਨ ਕੇ ਨਾਮ ਜਪਿਆ ਜਾਂਦਾ। ਫਿਰ ਕਹਿੰਦੇ ਨਾਨਕ ਨਾਮ ਜਪੈ, ਜਿਹੜੇ ਫਿਰ ਨਾਮ ਨੂੰ ਜਪਦੇ ਨੇ ਸੱਚ ਸੂਚੇ, ਉਹ ਸੱਚ ਦੇ ਰਾਹੀਂ ਸੁੱਚੇ ਹੋ ਜਾਂਦੇ ਨੇ। ਸਾਧ ਸੰਗਤ ਜੀ ਇੱਕ ਗੱਲ ਯਾਦ ਰੱਖਣੀ ਹੈ, ਪਰਮਾਤਮਾ ਅਤੀ ਸੁੱਚਾ ਹੈ, ਸੁੱਚੇ ਤੇ ਝੂਠੇ ਦਾ ਕੋਈ ਮੇਲ ਨਹੀਂ। ਆਪਾਂ ਭਾਂਡੇ ਮਾਂਜਦੇ ਹਾਂ, ਬਾਬਾ ਜੀ ਉਦਾਹਰਣ ਦਿੰਦੇ ਨੇ, ਕਹਿੰਦੇ ਸ਼ੈਂਕ ਦੋ ਬਣੇ ਹੁੰਦੇ ਨੇ ਆਪਣੀ ਰਸੋਈ ਦੇ ਵਿੱਚ, ਇੱਕ ਸ਼ੈਂਕ ਨਹੀਂ ਹੁੰਦਾ, ਇੱਕ ਦੇ ਵਿੱਚ ਝੂਠੇ ਭਾਂਡੇ ਹੁੰਦੇ ਨੇ, ਫਿਰ ਉਹਨਾਂ ਨੂੰ ਧੋ ਕੇ ਰੱਖਦੇ ਹਾਂ, ਫਿਰ ਜਦੋਂ ਸੁੱਚੇ ਹੋ ਜਾਂਦੇ ਨਾ, ਫਿਰ ਆਪਾਂ ਇੱਕ ਜਿਹੜਾ ਸਟੀਲ ਦਾ ਟੋਕਰਾ ਲਾਇਆ ਹੁੰਦਾ ਉਹਦੇ ਵਿੱਚ ਰੱਖਦੇ ਹਾਂ, ਸੁੱਚੇ ਭਾਂਡਿਆਂ ਨੂੰ ਆਪਾਂ ਹੇਠਾਂ ਨਹੀਂ ਰੱਖਦੇ। ਇਸੇ ਤਰ੍ਹਾਂ ਸਮਾਜ ਦੇ ਵਿੱਚ ਜਿਹੜਾ ਮਨੁੱਖ ਸੁੱਚਾ ਹੋ ਜਾਂਦਾ ਨਾ, ਉਹ ਪੂਜਨੀਕ ਹੋ ਜਾਂਦਾ, ਲੋਕੀ ਉਹਨਾਂ ਦੇ ਪੈਰੀਂ ਹੱਥ ਲਾਉਂਦੇ ਨੇ ਵੀ ਇਹ ਸੁੱਚਾ ਹੈ ਬੰਦਾ, ਉੱਚਾ ਹੋ ਗਿਆ ਉਹ। ਮੇਰੇ ਵਰਗੇ ਸੜੀ ਜਾਂਦੇ ਨੇ, ਇਹ ਸਾਧਾਂ ਦੇ ਪੈਰੀਂ ਹੱਥ ਲਾਉਂਦੇ ਨੇ ਲੋਕ, ਇਹ ਫਲਾਣਾ ਕਰਦੇ ਨੇ, ਧਿਮਕਾ ਕਰਦੇ ਨੇ, ਸੜੀ ਜਾਂਦੇ ਨੇ, ਉਹ ਤਾਂ ਹੁਣ ਲੱਗਣੀ ਕਿਉਂਕਿ ਤਾਂ ਸੁੱਚਾ ਹੋ ਗਿਆ। ਮਹਾਰਾਜ ਵੈਸੇ ਕਹਿੰਦੇ ਨੇ ਸੁੱਚ ਹੋਵੇ ਤਾਂ ਸੱਚ ਪਾਈਏ। ਜਦੋਂ ਸੁੱਚਾ ਹੋ ਗਿਆ ਬੰਦਾ, ਸੁੱਚੇ ਹੋ ਗਏ, ਫਿਰ ਸੱਚ ਦੀ ਪ੍ਰਾਪਤੀ ਆਪਣੇ ਆਪ ਹੋ ਜਾਣੀ। ਸੁੱਚਾ ਵੀ ਸੱਚ ਦੀ ਕਿਰਪਾ ਨਾਲ ਹੋਣਾ, ਭਾਵ ਸੱਚੇ ਪਰਮਾਤਮਾ ਦੀ ਕਿਰਪਾ ਨਾਲ ਹੋਣਾ। ਪਰ ਜਦੋਂ ਸੁੱਚਾ ਹੋ ਗਿਆ ਫਿਰ ਸੱਚ ਦੇ ਵਿੱਚ ਮਿਕਸ ਹੋ ਜਾਂਦਾ, ਉਹ ਸੱਚ ਦੇ ਵਿੱਚ ਅਭੇਦ ਹੋ ਜਾਂਦਾ। ਕਿਵੇਂ? ਜਿਉਂ ਪਾਣੀ ਸੰਗ ਪਾਣੀ, ਜਿਵੇਂ ਪਾਣੀ ਦੇ ਵਿੱਚ ਪਾਣੀ ਰਲ ਜਾਂਦਾ। ਪਾਣੀ ਦੇ ਵਿੱਚ ਆਪਾਂ ਜੇ ਤੇਲ ਪਾ ਦਈਏ, ਸਾਧ ਸੰਗਤ ਜੀ ਤੇਲ ਪਾਣੀ ਦੇ ਵਿੱਚ ਮਿਕਸ ਨਹੀਂ ਹੁੰਦਾ, ਵੱਖਰਾ ਦਿਸੀ ਜਾਂਦਾ ਉੱਪਰ ਤੈਰਦਾ। ਪਰ ਜਦੋਂ ਪਾਣੀ 'ਚ ਆਪਾਂ ਪਾਣੀ ਪਾ ਦਿੰਦੇ ਹਾਂ, ਦੁੱਧ 'ਚ ਪਾਣੀ ਪਾਉਂਦੇ ਹਾਂ, ਬਿਲਕੁਲ ਮਿਕਸ ਹੋ ਜਾਂਦੇ ਨਾ, ਆਪਾਂ ਨਹੀਂ ਵੱਖਰਿਆਂ ਕਰ ਸਕਦੇ। ਬਿਲਕੁਲ ਜਦੋਂ ਪਰਮਾਤਮਾ ਦੇ ਵਿੱਚ ਅਭੇਦ ਹੋ ਜਾਂਦਾ, ਫਿਰ ਮਾਇਆ ਦੀ ਕੋਈ ਤਾਕਤ ਉਸ ਬੰਦੇ ਨੂੰ ਗੁਰੂ ਦੇ ਚਰਨਾਂ ਤੋਂ ਵੱਖਰਿਆਂ ਨਹੀਂ ਕਰ ਸਕਦੀ। ਨਾ ਕੋਈ ਡਰਾਵਾ, ਨਾ ਕੋਈ ਲਾਲਚ, ਨਾ ਕੋਈ ਰੂਪ ਰੰਗ ਨਹੀਂ ਵੱਖਰਿਆਂ ਕਰ ਸਕਦਾ। ਅੱਗੇ ਗਰੀਬ ਨਵਾਜ ਫਰਮਾਉਂਦੇ ਨੇ, ਆਸਾ ਮਹਿਲਾ ਚੌਥਾ, ਹਰ ਹਰ ਨਾਮ ਕੀ ਮਨ ਭੁੱਖ ਲਗਾਈ, ਨਾਮ ਸੁਣਿਆ ਮਨ ਤ੍ਰਿਪਤ ਹੈ ਮੇਰੇ ਭਾਈ। ਕਹਿੰਦੇ ਹਰੀ ਦੇ ਨਾਮ ਦੀ ਮੇਰੇ ਮਨ 'ਚ ਭੁੱਖ ਲੱਗ ਗਈ, ਬਹੁਤ ਜ਼ਿਆਦਾ ਭੁੱਖ ਲੱਗੀ ਹੈ। ਸਾਧ ਸੰਗਤ ਜੀ ਇੱਕ ਗੱਲ ਯਾਦ ਰੱਖਣੀ ਹੈ, ਭੋਜਨ ਸਵਾਦ ਉਦੋਂ ਲੱਗਦਾ ਜਦੋਂ ਭੁੱਖ ਲੱਗੀ ਹੋਵੇ। ਆ ਰੱਜ ਨੂੰ ਤਾਂ ਕੁਝ ਅੱਜ ਹੁੰਦਾ, ਰੱਜੇ ਹੋਏ ਬੰਦੇ ਅੱਗੇ ਪਰੌਂਠੇ ਰੱਖ ਦੋ, ਨਾ ਜੀ ਇਹ ਤਾਂ ਆਲੂ ਹੀ ਆਲੂ ਪਾ ਰੱਖੇ ਨੇ, ਆਟਾ ਤੇ 'ਚ ਹੈ ਨਹੀਂ, ਨਹੀਂ ਜੀ ਇਹ ਤਾਂ ਮਿਰਚ ਤੇਜ਼ ਹੈ, ਨਹੀਂ ਜੀ ਇਹ ਤਾਂ ਨਮਕ ਘੱਟ ਹੈ, ਨਖਰੇ ਮਾਰੀ ਜਾਂਦਾ। ਭੁੱਖ ਲੱਗੀ ਹੋਵੇ ਨਾ ਜਦੋਂ, ਫਿਰ ਦੁਪਹਿਰ ਵਾਲੀਆਂ ਰੋਟੀਆਂ ਵੀ ਹੋਣ ਨਾ, ਚਾਹੇ ਸਵੇਰ ਵਾਲੀਆਂ ਵੀ ਹੋਣ, ਫਿਰ ਉਹੀ ਐਨ ਬੇਹ ਕੜਾਹ ਵਰਗੀਆਂ ਲੱਗਦੀਆਂ, ਸਵਾਦ ਲੱਗਦੀਆਂ। ਇਹ ਭੁੱਖ ਕਿਸੇ ਭਾਗਾਂ ਵਾਲੇ ਨੂੰ ਲੱਗਦੀ ਹੈ, ਹਰੇਕ ਨੂੰ ਭੁੱਖ ਨਹੀਂ ਲੱਗਦੀ। ਆਪਾਂ ਸੁਖਮਨੀ ਸਾਹਿਬ ਦੀ ਇੱਕ ਪੰਕਤੀ ਪੜ੍ਹਦੇ ਨਾ, ਕਾਂਖੀ, ਹਾਂਜੀ
हाँ कांखी एक है दर्श तुहारो। कांखी मने भुखा जग्यासू जिहदे अंदर इच्छा पैदा होगी। कांखी आ हुण ते दर्शन की भुख लग गई, फिर मंग मंगी है। साध संगत जी जदों भुख लगती है, प्यास लगती है, उदों फोका पानी भी स्वाद लगता है, रजे बंदे नूं तां शरबत भी वधिया नहीं लगता। भुख लग गई, महाराज की कहते इत भूखा खाए चलियां दुख। जदों इस भुख लगी हुंदी है फिर नाम की भोजन खाधा जाता है, फिर सारे दुख चले जाते हैं। हुण गरीब नवाज कहते नाम सुनिया मन तृप्त है। जदों नाम नूं सुनिया जाता, हुण भुख लग गई, नाम का भोजन मूँह राही नहीं खाधा जाता, नाम का भोजन मूँह च तैयार हुंदा है, इस नूं खाधा कन्नां दे राही जाता है। आपां जपदे हां वाहिगुरू, उस नूं कन्नां राही सुनिया, वो कन्नां दे रस्ते जाके हिरदे च वसदा, फिर हिरदे दे अंदरों सारियां भुखां नूं दूर कर दिंदा है। ना मान प्रतिष्ठा की भुख रहिंदी है, ना रुपये पैसे की भुख रहिंदी है, ना फिर ये धन दौलत की भुख रहिंदी है, ना ये कोई होर राज भाग की भुख रहिंदी है। नहीं, जिन्हों ये नाम की भुख लगी है ना, वो की कहते हैं, राज ना चाहो मुक्त ना चाहो मनप्रीत चरण कमलारे। मनु तेरे चरणों की प्रीति चाहिए है, क्योंकि ज्ञान हो गया। फरीदा कितनी जोबन प्रीत बिन सुक गए कमलाए। किन्नी जोबन साध संगत जी आपां तां तुरे फिरदे हां, पिछले जन्मां दे विच हिरदे च प्रीत ही नहीं पैदा हुई, वो जीवन सुक गए सड़ गए। जोबन का मतलब जीवन, किन्ने जीवन प्रीत तो बगैर कुमला गए, सुक गए, सड़ गए। हुण सतगुरु ने बख्शिश की है, ਉਹਦੇ दर ते गोडे टेक के मंग लीए कि गरीब नवाज मेरी औकात के मुताबिक तू मैनू सब कुछ दिता है, धी दिती है, पुत्र दिता है, रुपया पैसा दिता है, अहदा दिता है, बैंक बैलेंस दिता है, सोहना शरीर दिता है, तंदुरुस्ती दिती है, एजुकेशन दिती है। मेरे दातिया हुण घाट तां सिर्फ तेरी है, एक बस हुण तेरी घाट है। साध संगत जी जिद्दे वो साडे हिरदे च वस गया ना, उदे साडियां सारियां दातां सार्थक हो जाणगियां। जे वो परमात्मा के नाम तो बगैर चाहे साडे कोले किन्नियां मर्जी दातां होण, सब निरार्थक ने, ये जीवन निहफल है। जिद्दे ओदी प्रीत पैदा होगी, नाम साडे अंदर वस गया। जिवें ना बरात दे विच चाहे 400 बंदा होवे, पर जे लाड़ा ना होवे ना, उहनूं बरात नहीं कहा जांदा। उहनूं आपां इकट्ठ तां कह सकदे हां, भीड़ तां कह सकते हैं, पर उस नूं आपां बरात नहीं कहा जा सकता। बरात तद हुंदी है जे उहदे विच लाड़ा होवे। ये साडियां दातां तां सार्थक होणगियां जे नाम रूपी भजन रूपी लाड़ा विच होवे। चौथे पातशाह कहंदे ने जिन्हां ने नाम जपिया ना, उन्हां दे तां महल सराई घोड़े जीन सब पवित्र हैं। उन्हां सारा कुछ पवित्र है, उन्हां दा खाधा भी पवित्र है, उन्हां दा पहनिया भी पवित्र है, उन्हां दा बोलिया भी पवित्र है, उन्हां दा सुनिया भी पवित्र है, उन्हां दा कदम कदम पुट्टिया होया भी पवित्र है। नाम सुनिया, जदों नाम सुनिया जाता है फिर मन तृप्त है। हे मेरे भाई, नाम फिर वो जिहड़ा मन रज जाता है, मन नूं किसी चीज़ की भुख नहीं रहिंदी, फिर वो तो बस नाम की भुख हुंदी है। साध संगत जी एक बड़ी कमाल की गल ये आ, आप जी नाम जपदे हो, सवेरे उठदे हो, नाम जपद्या जपद्या एक अवस्था यह होंदी है कि परमात्मा का विछोड़ा महसूस होना शुरू होंदा। वो विछोड़ा महसूस होंदा, लगता कि मैनू मिल जे। एक दुख मन दे विच पैदा होंदा है उहदे विछोड़े का। एक याद रखना, संसारक चीज़ आपां प्राप्त करते हैं, वो नहीं मिलती तो दुख पैदा होंदा, बड़ा दुख पैदा होंदा। पर जिहड़ा ये नाम का दुख है ना, ये विच बड़े सुख छुपे हुए ने। संसार दे सुखां दे विच भी दुख ने। जिवें एक दीवे की लाट है, उहदे विच कारख छुपी हुई है। जब आप गलास रौड़ पा दें ना फ्लेम दे विच, वो जिहड़ी है वो गलास रौड़ काली हो जाती है। ਇਹਦਾ मतलब संसार के सुखों के विच दुख ने, कोई मर्जी दुख है। एक बच्चा है, वो कह रहा जी मैं फस्ट आ जाऊँ, वो फस्ट आ गया, इच्छा पूरी होगी, सुख मिल गया, पर वो दुख खड़ा है। हुण मैं की करा, मैडिकल करा, नॉन मैडिकल करा, जां मैं हुण किहड़ा टैसट क्लीयर करा, मैं किहड़े पासे दाखला लवां, एक नवां दुख वो होर पैदा हो गया। संसार की कोई भी इच्छा है वो दुख है, पर परमात्मा की इच्छा ऐसी है, वो निरोल सुख नाल भरी हुई है। जे परमात्मा की प्राप्ति ना भी हुई तां भी साध संगत जी वो जिहड़ा दुख है वो दुखदाई लगता।
ਸੌਰੀ ਉਹ ਦੁੱਖ ਸੁਖਦਾਈ ਲੱਗਦਾ। ਜਿਹੜੇ ਪਰਮਾਤਮਾ ਦੇ ਨਾਮ ਦੇ ਵਿੱਚ ਰੰਗੇ ਹੋਏ ਨੇ ਉਹ ਇਹੀ ਕਹਿੰਦੇ ਨੇ, ਪਰਮਾਤਮਾ ਕੋਈ ਗੱਲ ਨਹੀਂ, ਜੇ ਤੂੰ ਨਹੀਂ ਮਿਲਦਾ ਨਾ ਮਿਲ, ਪਰ ਤੇਰੀ ਯਾਦ ਨਹੀਂ ਵਿਸਰਨੀ ਚਾਹੀਦੀ। ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਹੋ ਇਹੋ। ਜੇ ਅਜੇ ਮੇਰੀ ਕਿਸਮਤ ਇੰਨੀ ਉੱਚੀ ਨਹੀਂ, ਮੇਰੇ ਭਾਗ ਇੰਨੇ ਉੱਚੇ ਨਹੀਂ ਕਿ ਮੈਂ ਤੇਰੇ ਪ੍ਰਤੱਖ ਦਿਦਾਰੇ ਕਰ ਸਕਾਂ, ਮੈਂ ਤੇਰੀ ਗੋਦ ਦਾ ਆਨੰਦ ਮਾਣ ਸਕਾਂ, ਮੈਂ ਤੇਰੀ ਪ੍ਰੇਮ ਕਰੀੜਾ ਦਾ ਮਹਾ ਲੁਤਫ ਉਠਾ ਸਕਾਂ, ਕੋਈ ਗੱਲ ਨਹੀਂ ਮਹਾਰਾਜ, ਕੋਈ ਗੱਲ ਨਹੀਂ, ਮੇਰੇ ਤੇ ਕਿਰਪਾ ਕਰ। ਉਹਦੀ ਯਾਦ ਇੰਨੀ ਪਵਿੱਤਰ ਹੈ, ਉਹਦੀ ਯਾਦ ਦੀ ਪਵਿੱਤਰ ਅਗਨੀ ਜਦੋਂ ਅੰਦਰ ਮੱਚਦੀ ਹੈ ਨਾ ਸਾਧ ਸੰਗਤ ਜੀ, ਅੰਦਰੋਂ ਸਾਰੀ ਮੈਲ ਨੂੰ ਸਾੜ ਕੇ ਰੱਖ ਦਿੰਦੀ ਹੈ। ਅੰਦਰ ਕੋਈ ਮੈਲ ਹੀ ਨਹੀਂ ਰਹਿੰਦੀ। ਉਹਦੀ ਜਿਹੜੀ ਬਿਰਹੋਂ ਦੀ ਅੱਗ ਹੈ ਨਾ, ਜਦੋਂ ਮੱਚਦੀ ਹੈ ਅੰਦਰ, ਇਹ ਤ੍ਰਿਸ਼ਨਾ ਦੀ ਅੱਗ ਹੈ, ਕਾਮ ਦੀ ਅੱਗ ਹੈ, ਕ੍ਰੋਧ ਦੀ ਅੱਗ ਹੈ, ਲੋਭ ਦੀ ਅੱਗ ਹੈ। ਇਹ ਤਾਂ ਸਾਡੇ ਅੰਦਰ ਕਾਲਖ ਪੈਦਾ ਕਰਦੀਆਂ ਨੇ, ਇਹ ਅੱਗਾਂ ਸਾਡੇ ਅੰਦਰ ਕਾਲਖ ਪੈਦਾ ਕਰਦੀਆਂ ਨੇ। ਪਰ ਜਦੋਂ ਉਹਦੇ ਬਿਰਹੋਂ ਦੀ ਅੱਗ ਅੰਦਰ ਮੱਚਦੀ ਹੈ, ਫਿਰ ਸਾਧ ਸੰਗਤ ਜੀ ਉਹ ਸਾਰੀਆਂ ਮੈਲਾਂ ਨੂੰ ਸਾੜ ਦਿੰਦੀ ਹੈ। ਅੰਦਰ ਪਾਵਨ ਹੋ ਜਾਂਦਾ, ਪਵਿੱਤਰ ਪਾਵਨ ਅੰਦਰ ਹੋ ਜਾਂਦਾ। ਪਵਿੱਤਰ ਪਾਵਨ ਦਾ ਇੰਨਾ ਵਧੀਆ ਆਸਣ ਦੇ ਉੱਤੇ ਪਰਮਾਤਮਾ ਦਾ ਬੈਠਣ ਨੂੰ ਆਪਣੇ ਆਪ ਜੀ ਕਰਦਾ। ਸਤਿਗੁਰੂ ਜੀ ਆਪੇ ਉਤੇ ਸੁਭਾਏਮਾਨ ਹੋ ਜਾਂਦੇ ਨੇ। ਅੱਗੇ ਮਹਾਰਾਜ ਜੀ ਉਪਦੇਸ਼ ਦਿੰਦੇ ਨੇ, ਨਾਮ ਜਪੋ ਮੇਰੇ ਗੁਰਸਿੱਖ ਮੀਤਾ। ਹੇ ਮੇਰੇ ਗੁਰਸਿੱਖ ਮਿੱਤਰ, ਨਾਮ ਨੂੰ ਜਪੋ। ਦੇਖੋ ਸਾਧ ਸੰਗਤ, ਸਾਨੂੰ ਮਿੱਤਰ ਕਿਹਾ ਗੁਰੂ ਮਹਾਰਾਜ ਨੇ। ਇੱਕ ਯਾਦ ਰੱਖਣਾ, ਮਿੱਤਰ ਦਾ ਰਿਸ਼ਤਾ ਇੰਨਾ ਨੇੜੇ ਦਾ ਹੁੰਦਾ। ਕਈ ਜਿਹੜੇ ਅਸੀਂ ਨਾ ਆਪਣੇ ਭੇਦ ਮਾਂ-ਬਾਪ ਨਾਲ ਸਾਂਝੇ ਨਹੀਂ ਕਰ ਸਕਦੇ, ਉਹ ਮਿੱਤਰ ਕੋਲੇ ਸਾਂਝੇ ਕਰ ਦਿੰਦੇ ਆ। ਮਾਂ-ਬਾਪ ਨੂੰ ਸਾਡਿਆਂ ਨੂੰ ਸਾਡੇ ਬਾਰੇ ਬਹੁਤ ਕੁਝ ਨਹੀਂ ਪਤਾ ਹੁੰਦਾ, ਪਰ ਸਾਡੇ ਮਿੱਤਰਾਂ ਨੂੰ ਸਾਰਾ ਕੁਝ ਪਤਾ ਹੁੰਦਾ। ਜਦੋਂ ਕਿਸੇ ਬੱਚੇ ਬੱਚੀ ਦਾ ਰਿਸ਼ਤਾ ਜੋੜਨਾ ਹੁੰਦਾ ਕਿਸੇ ਨੇ, ਉਹ ਕਈ ਵਾਰੀ ਉਹਦਾ ਫਰੈਂਡ ਸਰਕਲ ਦੇਖਦਾ, ਉਹਦੇ ਮਿੱਤਰਾਂ ਤੋਂ ਪੁੱਛਦਾ, ਯਾਰ ਇਹ ਕੋਈ ਨਸ਼ਾ ਪੱਤਾ ਤਾਂ ਨਹੀਂ ਕਰਦਾ, ਇਹ ਯਾਰ ਕੋਈ ਗਲਤ ਥਾਂ ਤੇ ਨਹੀਂ ਜਾਂਦਾ, ਇਹਦੇ ਕਿਤੇ ਕੋਈ ਰਿਲੇਸ਼ਨ ਤਾਂ ਨਹੀਂ ਜੁੜੇ ਹੋਏ ਕਿਸੇ ਹੋਰ ਪਾਸੇ। ਉਹਦੇ ਮਿੱਤਰਾਂ ਤੋਂ ਪਤਾ ਕਰਦਾ। ਮਾਂ-ਬਾਪ ਨੂੰ ਨਹੀਂ ਪਤਾ ਹੁੰਦਾ। ਮਾਂ-ਬਾਪ ਨੂੰ ਤਾਂ ਆਪਣੇ ਬੱਚਿਆਂ ਬਾਰੇ ਉਦੋਂ ਪਤਾ ਲੱਗਦਾ ਜਦੋਂ ਪਟਾਕਾ ਹੀ ਪੈ ਜਾਂਦਾ। ਕਈ ਵਾਰੀ ਹੈ ਸਾਡੇ ਬੱਚੇ ਨੇ ਆਹ ਕਰਤਾ, ਅਸੀਂ ਤਾਂ ਕਦੇ ਸੋਚੇ ਨਹੀਂ ਸੀ ਇਹਦੇ ਬਾਰੇ। ਇਹ ਤਾਂ ਬੜਾ ਸਾਊ ਜਿਹਾ ਸੀ, ਬੜਾ ਟਾਈਮ ਸਿਰ ਘਰ ਆਉਂਦਾ ਸੀ, ਟਾਈਮ ਸਿਰ ਜਾਂਦਾ ਸੀ। ਮਾਂ-ਬਾਪ ਨੂੰ ਤਾਂ ਉਹਦੀ ਪਤਾ ਲੱਗਦਾ ਜਦੋਂ ਅੱਗ ਦਾ ਧੂੰਆਂ ਬੱਦਲਾਂ ਤੱਕ ਪਹੁੰਚ ਜਾਂਦਾ। ਪਰ ਮਿੱਤਰਾਂ ਨੂੰ ਜਦੋਂ ਥੋੜ੍ਹੀ ਬਹੁਤੀ ਚੰਗਾੜੀ ਲੱਗਦੀ ਵੀ ਹੈ ਨਾ, ਉਹਦੀ ਪਤਾ ਹੁੰਦਾ ਵੀ ਹਾਂ ਆਹ ਸਾਡਾ ਮਿੱਤਰ ਹੁਣ ਡੀਰੇਲ ਹੋ ਗਿਆ। ਹੁਣ ਸਾਨੂੰ ਮਿੱਤਰ ਕਿਹਾ ਸਤਿਗੁਰੂ ਨੇ, ਹੁਣ ਆਪਾਂ ਵੀ ਮਿੱਤਰ ਹੋਣ ਦੀ ਮਰਿਆਦਾ ਨਿਭਾਈਏ। ਨਾਮ ਜਪੋ ਮੇਰੇ ਗੁਰਸਿੱਖ ਮੀਤਾ, ਹੈ ਮੇਰੇ ਗੁਰਸਿੱਖ ਮਿੱਤਰੋ ਨਾਮ ਜਪੋ। ਫਿਰ ਕੀ ਹੋਏਗਾ? ਨਾਮ ਜਪੋ ਨਾਮੇ ਸੁਖ ਪਾਵੋ, ਨਾਮ ਰੱਖੋ ਗੁਰਮਤਿ ਮਨ ਚੀਤਾ। ਨਾਮ ਨੂੰ ਜਪੋ, ਨਾਮ ਨੂੰ ਜਪਦਿਆਂ ਜਪਦਿਆਂ ਸੁਖ, ਖੱਖੇ ਨੂੰ ਔਂਕੜ ਲਾਈ ਆ ਗਰੀਬ ਨਵਾਜ ਨੇ, ਭਾਵ ਸ਼੍ਰੋਮਣੀ ਸੁਖ, ਜਿਹੜਾ ਸੁਖ ਰਾਜ ਦੇ ਵਿੱਚ ਵੀ ਨਹੀਂ ਹੈਗਾ, ਜਿਹੜਾ ਸੁਖ ਭਾਗ ਦੇ ਵਿੱਚ ਵੀ ਨਹੀਂ ਹੈਗਾ, ਜਿਹੜਾ ਸੁਖ ਰੁਪਈਏ ਪੈਸੇ ਵਿੱਚ ਵੀ ਨਹੀਂ ਹੈਗਾ, ਜਿਹੜਾ ਸੁਖ ਰੂਪ ਰੰਗ ਦੇ ਵਿੱਚ ਵੀ ਨਹੀਂ ਹੈਗਾ, ਜਿਹੜਾ ਸੁਖ ਸਵਾਦਲੇ ਭੋਜਨਾਂ ਵਿੱਚ ਵੀ ਨਹੀਂ ਹੈਗਾ, ਜਿਹੜਾ ਸੁਖ ਵਧੀਆ ਸਵਾਰੀਆਂ ਦੇ ਉੱਤੇ ਚੜ੍ਹਨ ਦਾ ਵੀ ਨਹੀਂ ਹੈਗਾ। ਉਹ ਸੁਖ ਖੱਖੇ ਨੂੰ ਔਂਕੜ ਲਾਈਆ ਸਤਿਗੁਰੂ ਨੇ, ਭਾਵ ਸ਼੍ਰੋਮਣੀ ਸੁਖ, ਸਾਰੇ ਸੁੱਖਾਂ ਦਾ ਸਿਰਮੌਰ ਸੁਖ, ਕਹਿੰਦੇ ਉਹ ਤੁਹਾਨੂੰ ਪ੍ਰਾਪਤ ਕਰੋਗੇ ਤੁਸੀਂ। ਨਾਮ ਰੱਖੋ ਗੁਰਮਤਿ ਮਨ ਚੀਤਾ, ਨਾਮ ਨੂੰ ਗੁਰੂ ਦੀ ਮੱਤ ਅਨੁਸਾਰ ਆਪਣੇ ਮਨ ਦੇ ਵਿੱਚ, ਆਪਣੇ ਚਿੱਤ ਦੇ ਵਿੱਚ ਰੱਖਣਾ। ਸਾਧ ਸੰਗਤ ਜੀ, ਪਰਮੇਸ਼ਰ ਸਾਰੀਆਂ ਥਾਵਾਂ ਤੇ ਵਸਦਾ ਹੈ, ਪਰ ਮਨੁੱਖ ਦੇ ਚੇਤੇ ਵਿੱਚ ਪਰਮੇਸ਼ਰ ਨਹੀਂ ਹੈ, ਮਨੁੱਖ ਦੀ ਯਾਦ ਦੇ ਵਿੱਚ ਪਰਮੇਸ਼ਰ ਨਹੀਂ ਹੈ। ਇੱਕ ਮੌਲਵੀ ਸੀ, ਉਹ ਆਪਣੇ ਬੱਚਿਆਂ ਨੂੰ ਮਸੀਤੇ ਪੜ੍ਹਾਉਂਦਾ ਸੀ। ਜਦੋਂ ਆਉਂਦਾ ਸੀ, ਉਹ ਤਾਂ ਉਹਦੇ ਬੱਚੇ ਜਿਹੜੇ ਸੀ, ਉਹਦੇ ਸ਼ਾਗਿਰਦ, ਉਹ ਖੜੇ ਹੁੰਦੇ ਸੀ, ਤਾਂ ਉਹਨਾਂ ਨੂੰ ਇਹੀ ਕਹਿਣਾ ਸੀ, ਬੱਚਿਓ ਅੱਲਾਹ ਤਾਲਾ ਸਾਰੀਆਂ ਥਾਵਾਂ ਤੇ ਮੌਜੂਦ ਹੈ, ਸਰਬ ਵਿਆਪਕ ਹੈ, ਬੈਠ ਜਾਓ। ਉਹਦਾ ਤਕੀਆ ਕਲਾਮ ਬਣ ਗਿਆ। ਇੱਕ ਦਿਨ ਪਤਾ ਨਹੀਂ ਮੌਲਵੀ ਦੇ, ਉਹ ਜਿਹੜਾ ਹੈ ਉਹਨਾਂ ਦਾ ਮੁਰਸ਼ਿਦ ਸੀ ਮੌਲਵੀ, ਉਹਦੇ ਮਨ 'ਚ ਪਤਾ ਨਹੀਂ ਕੀ ਆਇਆ। ਉਹ ਆ ਕੇ ਜਦੋਂ ਬੱਚੇ ਖੜੇ ਹੋ ਗਏ, ਉਹਨਾਂ ਨੂੰ ਕਹਿੰਦਾ, ਬੱਚਿਓ ਬੈਠ ਜਾਓ। ਇਹ ਵੀ ਕਿਹਾ, ਅੱਲਾਹ ਤਾਲਾ ਸਾਰੀਆਂ ਥਾਵਾਂ ਤੇ ਮੌਜੂਦ ਹੈ, ਜ਼ਰੇ ਜ਼ਰੇ 'ਚ ਵਿਆਪਕ ਹੈ ਅਤੇ ਉਹ ਪਰਿਪੂਰਨ ਹੈ, ਬੈਠ ਜਾਓ। ਜਦੋਂ ਬੱਚੇ ਬੈਠ ਕੇ ਨਾਲ ਦੀ ਨਾਲ ਇੱਕ ਸਵਾਲ ਪੁੱਛਿਆ, ਕੋਈ ਦੱਸ ਸਕਦਾ ਅੱਲਾਹ ਕਿੱਥੇ ਨਹੀਂ ਹੈ? ਸਾਰੀ ਕਲਾਸ 'ਚ ਸਨਾਟਾ ਛਾ ਗਿਆ ਵੀ ਹੈ, ਇਹ ਤਾਂ ਰੋਜ਼ ਹੀ ਕਹਿੰਦੇ ਨੇ। ਪਰ ਇੱਕ ਬੱਚਾ ਖੜਾ ਹੋ ਗਿਆ। ਮੌਲਵੀ ਨਾਰਾਜ਼ ਹੋ ਕੇ ਕਹਿੰਦਾ, ਉਹ ਮੂਰਖ, ਅੱਲਾਹ ਸਾਰੀਆਂ ਥਾਵਾਂ ਤੇ ਵਿਆਪਕ ਹੈ, ਮੈਂ ਤੁਹਾਨੂੰ ਰੋਜ਼ ਇਹ ਕਹਿਣਾ, ਤੂੰ ਖੜਾ ਹੋ ਗਿਆ, ਮੇਰਾ ਸਵਾਲ ਇਹ ਗਲਤ ਹੈ, ਤੂੰ ਇਹਦਾ ਠੀਕ ਉੱਤਰ ਕਿਵੇਂ ਦੇਵੇਂਗਾ?
ਬੱਚੇ ਨੇ ਬੜੀ ਅਧੀਨਗੀ ਨਾਲ ਹੱਥ ਜੋੜ ਕੇ ਕਿਹਾ, ਮੌਲਵੀ ਜੀ ਤੁਸੀਂ ਸਾਡੇ ਮੁਰਸ਼ਿਦ ਹੋ, ਸਾਡੇ ਟੀਚਰ ਹੋ, ਤੁਹਾਡਾ ਸਵਾਲ ਗਲਤ ਨਹੀਂ ਹੋ ਸਕਦਾ, ਮੇਰਾ ਉੱਤਰ ਗਲਤ ਹੋ ਸਕਦਾ ਹੈ। ਤੁਸੀਂ ਪੁੱਛਿਆ ਅੱਲਾਹ ਕਿੱਥੇ ਨਹੀਂ ਹੈ, ਮੈਂ ਉਹਦਾ ਉੱਤਰ ਦੇਣਾ, ਹੋ ਸਕਦਾ ਮੇਰਾ ਉੱਤਰ ਗਲਤ ਹੋਵੇ। ਕਹਿੰਦੇ ਹਾਂ ਫਿਰ ਦੱਸ ਅੱਲਾਹ ਕਿੱਥੇ ਨਹੀਂ ਹੈ। ਕਹਿੰਦੇ ਜੀ ਅੱਲਾਹ ਮਨੁੱਖ ਦੇ ਚੇਤੇ 'ਚ ਨਹੀਂ, ਅੱਲਾਹ ਮਨੁੱਖ ਦੀ ਸਿਮਰਤੀ ਯਾਦ ਦੇ ਵਿੱਚ ਨਹੀਂ। ਉਹਨੂੰ ਸਿਮਰਤੀ ਦੇ ਵਿੱਚ ਵਸਾਉਣ ਵਾਸਤੇ ਆਪਾਂ ਢੋਲਕੀਆਂ ਖੜਕਾਉਂਦੇ ਹਾਂ, ਰੈਣ ਸਵਾਈਆਂ ਕਰਵਾਉਂਦੇ ਹਾਂ, ਧੂਫਾਂ ਧਖਾਉਂਦੇ ਹਾਂ, ਬਾਬਾ ਜੀ ਤੋਂ ਵੀ ਪਾਠ ਲੈ ਕੇ ਜਾਂਦੇ ਹਾਂ, ਜੀ ਆਹ ਨਾਮ ਜਪਣ ਨੂੰ ਜੀ ਨਹੀਂ ਕਰਦਾ ਹੈਗਾ, ਸਾਨੂੰ ਪਾਠ ਦੇ ਦਿਓ। ਹਿਰਦੇ 'ਚ ਵਸਾਉਣ ਵਾਸਤੇ ਹੀ ਕਰਦੇ ਹਾਂ। ਸਾਡੇ ਹਿਰਦੇ 'ਚ ਪਤਨੀ ਵਸੀ ਹੋਈ ਹੈ, ਸਾਡੇ ਹਿਰਦੇ 'ਚ ਪਤੀ ਵਸਿਆ ਹੋਇਆ, ਸਾਡੇ ਹਿਰਦੇ 'ਚ ਪੁੱਤਰ ਵਸਿਆ ਹੋਇਆ, ਸਾਡੇ ਹਿਰਦੇ 'ਚ ਧੀ ਵਸੀ ਹੋਈ ਹੈ। ਭਾਵ ਸਾਰਾ ਸੰਸਾਰ ਸਾਡੇ ਹਿਰਦੇ 'ਚ ਹੈ, ਦੁਸ਼ਮਣ ਵੀ ਹੈ, ਮਿੱਤਰ ਵੀ ਹੈ। ਉਹਨਾਂ ਨੂੰ ਅਸੀਂ ਕੱਢਣ ਦੀ ਕੋਸ਼ਿਸ਼ ਕਰਦੇ ਹਾਂ, ਉਹ ਨਿਕਲ ਨਹੀਂ ਰਹੇ, ਕਿਉਂਕਿ ਬੜੇ ਜਨਮਾਂ ਤੋਂ ਬੈਠੇ ਨੇ, ਉਹ ਬੜੇ ਜਨਮਾਂ ਤੋਂ ਡੇਰਾ ਲਾਇਆ ਹੋਇਆ, ਅਗਲੇ ਨੇ ਕਬਜ਼ਾ ਕੀਤਾ ਹੋਇਆ, ਚਾਹੇ ਬਗਾਨੇ ਘਰ 'ਤੇ ਕੀਤਾ ਹੋਇਆ ਅਗਲੇ ਨੇ ਕਬਜ਼ਾ, ਪਰ ਉਹ ਛੱਡ ਨਹੀਂ ਰਹੇ ਹੁਣ। ਪਰ ਪਰਮਾਤਮਾ ਦਾ ਨਾਮ ਸਾਡੇ ਅੰਦਰ ਬਸ ਨਹੀਂ ਰਿਹਾ। ਕਿੰਨੇ ਆਪਾਂ ਜਿਹੜਾ ਹੈ ਮਤਲਬ ਆਪਾਂ ਜਫਰ ਜਾਲਦੇ ਹਾਂ, ਪਰ ਨਹੀਂ ਬਸ ਨਹੀਂ ਰਿਹਾ। ਉਹਨੂੰ ਵਸਾਉਣ ਦੀ ਕੋਸ਼ਿਸ਼ ਕਰਦੇ, ਬਸ ਨਹੀਂ ਰਿਹਾ। ਹਾਂ ਪਰ ਇੱਕ ਗੱਲ ਹੋਰ ਹੈ, ਜਿੱਦੇ ਵਸ ਗਿਆ ਉਹਦੇ ਫਿਰ ਨਜ਼ਾਰੇ ਆ ਜਾਣਗੇ। ਵਸ ਆਇਆ ਫਿਰ ਛੋੜ ਨਾ ਜਾਈ, ਇਹ ਰੀਤ ਭਲੀ ਭਗਵੰਤ ਹੈ। ਉਹਨੂੰ ਫਿਰ ਜਿੱਥੇ ਵੀ ਯਾਦ ਕਰਾਂਗੇ ਨਾ, ਉੱਥੇ ਉਹ ਜਗ੍ਹਾ ਹੀ ਆਨੰਦਮਈ ਹੋ ਜਾਣੀ ਹੈ। ਜੰਗਲਾਂ 'ਚ ਬੈਠ ਕੇ ਯਾਦ ਕਰਾਂਗੇ, ਮੰਗਲ ਹੋ ਜਾਣੇ ਨੇ ਜੰਗਲਾਂ ਦੇ ਵਿੱਚ। ਟਿੱਬਿਆਂ 'ਚ ਬੈਠ ਕੇ ਯਾਦ ਕਰਾਂਗੇ, ਸਾਧ ਸੰਗਤ ਜੀ ਉਹ ਜਗ੍ਹਾ ਨੂੰ ਵੀ ਭਾਗ ਲੱਗ ਜਾਣਾ, ਉੱਥੇ ਹੀ ਭਾਗ ਲੱਗ ਜਾਣਾ। ਗਰੀਬ ਨਵਾਜ਼ ਕਹਿੰਦੇ ਵੀ ਤੁਸੀਂ ਗੁਰੂ ਦੀ ਮੱਤ ਰਾਹੀਂ ਉਸ ਨੂੰ ਆਪਣੇ ਮਨ ਦੇ ਵਿੱਚ, ਚਿੱਤ ਦੇ ਵਿੱਚ ਰੱਖੋ, ਜਪੋ, ਸੁਖ ਪਾਓ। ਅੱਗੇ ਕਹਿੰਦੇ ਰਹਾਉ ਤੋਂ ਬਾਅਦ ਨਾਮੋ ਨਾਮ ਸੁਣੀ ਮਨ ਸਰਸਾ, ਨਾਮ ਲਾਹਾ ਲੈ ਗੁਰਮਤਿ ਵਿਕਸਾ। ਨਾਮੋ ਨਾਮ, ਕੇਵਲ ਨਾਮ ਜਪਣ ਦੇ ਨਾਲ, ਜਦੋਂ ਕੇਵਲ ਨਾਮ ਜਪਦੇ ਹਾਂ ਸਾਧ ਸੰਗਤ ਜੀ, ਮਨ ਸਰਸਾ, ਮਨ ਰਸ ਨਾਲ ਭਰ ਜਾਂਦਾ। ਫਿਰ ਮਨ ਖੁਸ਼ਕ ਨਹੀਂ ਰਹਿੰਦਾ, ਮਨ ਦੇ ਵਿੱਚ ਰੁੱਖਤਾ ਨਹੀਂ ਰਹਿੰਦੀ। ਫਿਰ ਹੁਣ ਤਾਂ ਸਾਡਾ ਮਨ ਰੁੱਖਾ ਹੈ, ਤੈਨੂੰ ਅਸੀਂ ਰੁੱਖਾ ਬੋਲਦੇ ਹਾਂ ਨਾ। ਹੁਣ ਤਾਂ ਮਨ 'ਚ ਕੜਤਣ ਹੈ, ਇਸੇ ਕਰਕੇ ਕੌੜਾ ਬੋਲਦੇ ਹਾਂ। ਹੁਣ ਤਾਂ ਸਾਡੇ ਮਨ ਦੇ 'ਚ ਝੂਠ ਹੈ, ਇਸੇ ਕਰਕੇ ਚੁਗਲੀਆਂ ਕਰਦੇ ਹਾਂ, ਭੈੜਾ ਦੇਖਦੇ ਹਾਂ, ਭੈੜਾ ਸੁਣਦੇ ਹਾਂ, ਭੈੜਾ ਬੋਲਦੇ ਹਾਂ। ਇਹ ਰਸ ਤੋਂ ਖਾਲੀ ਹੈ ਮਨ ਸਾਡਾ। ਜਿੱਦੇ ਰਸ ਆ ਗਿਆ ਸਾਧ ਸੰਗਤ ਜੀ, ਜਦੋਂ ਬੰਦੇ ਦੇ ਮੂੰਹ ਦੇ ਵਿੱਚ ਕੁਝ ਹੋਵੇ ਉਹ ਬੋਲਦਾ ਨਹੀਂ। ਜੇ ਮੇਰੇ ਮੂੰਹ 'ਚ ਬੁਰਕੀ ਹੋਵੇ ਮੈਂ ਕਿਵੇਂ ਬੋਲਾਂਗਾ? ਜਦੋਂ ਮਨ ਭਰ ਗਿਆ ਉਦੋਂ ਸਾਡਾ ਮੂੰਹ ਵੀ ਪਰਮਾਤਮਾ ਦੇ ਨਾਮ ਨਾਲ ਭਰ ਜਾਣਾ ਹੈ। ਫਿਰ ਜਿਹੜਾ ਪਰਮਾਤਮਾ ਦਾ ਨਾਮ ਜਪਣ ਵਾਲਾ ਬੰਦਾ ਉਹ ਬਹੁਤ ਘੱਟ ਬੋਲਦਾ। ਇੱਕ ਤਾਂ ਹੁੰਦੇ ਨੇ ਨਾ ਆਹ ਮੋਨੀ, ਜੇ ਅਸੀਂ ਬੋਲਣਾ ਨਹੀਂ ਹੈਗਾ ਉਹ ਤਾਂ ਹੱਠ ਕਰਕੇ ਮੋਨੀ ਬਣੇ ਹੁੰਦੇ ਨੇ ਨਾ। ਇੱਕ ਕੋਈ ਮੋਨੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਬਾਰ 'ਚ ਵੀ ਆਇਆ ਸੀ। ਸਿੱਖ ਕਹਿੰਦੇ ਜੀ ਮਹਾਰਾਜ ਬੜਾ ਇਹ ਤਾਂ ਕਮਾਲ ਦਾ ਬੰਦਾ ਹੈ, ਇਹਨੂੰ ਤਾਂ 12 ਸਾਲ ਹੋ ਗਏ ਬੋਲੇ ਹੀ ਨਹੀਂ। ਮਹਾਰਾਜ ਨੇ ਦੇਖਿਆ ਵੀ ਮੇਰੇ ਸਿੱਖਾਂ 'ਚ ਵੀ ਨਾ ਇਹਦਾ ਹੋ ਗਿਆ ਵੀ ਪਤਾ ਨਹੀਂ ਕਿ ਨਾ ਬੋਲਣਾ ਕੋਈ ਪਤਾ ਨਹੀਂ ਬਹੁਤ ਵੱਡਾ ਕੰਮ ਹੈ। ਸਤਿਗੁਰੂ ਕਹਿੰਦੇ ਨੇ, ਇਹ ਬੰਦਿਆ ਤੈਨੂੰ ਜੀਭ ਦਿੱਤੀ ਹੈ, ਇਹਦੇ ਨਾਲ ਬੋਲਣਾ, ਪਰ ਬੋਲਣਾ ਕੀ ਹੈ? ਸੰਤ ਮਿਲੈ ਕਿਛ ਸੁਣੀਐ ਕਹੀਐ, ਮਿਲੈ ਅਸੰਤ ਮਸਟ ਕਰ ਰਹੀਐ। ਬਾਬਾ ਬੋਲਣਾ ਕਿਆ ਕਹੀਐ, ਜੈਸੇ ਰਾਮ ਨਾਮ ਲਿਵ ਰਹੀਐ। ਬੋਲਣਾ ਜੀਭ ਨਾਲ। ਕੀ ਬੋਲਣਾ? ਪਰਮਾਤਮਾ ਦਾ ਨਾਮ ਬੋਲਣਾ, ਸੱਚ ਬੋਲਣਾ, ਮਿੱਠਾ ਬੋਲਣਾ, ਨਿਮਰਤਾ ਭਰਿਆ ਬੋਲਣਾ, ਮਿੱਠੇ ਬਚਨ ਬੋਲਣੇ ਨੇ, ਲੋਕਾਂ ਦੇ ਹਿਰਦਿਆਂ ਤੇ ਮੱਲਮ ਲਾਉਣ ਵਾਲੇ ਬਚਨ ਬੋਲਣੇ ਨੇ। ਇਹ ਨਹੀਂ ਕਿ ਫੱਟ ਕਰਨ ਵਾਲੇ ਬਚਨ ਨਹੀਂ ਬੋਲਣੇ ਹੈਗੇ। ਉਹ ਆਇਆ ਤਾਂ ਸਿੱਖਾਂ ਨੇ, ਮਹਾਰਾਜ ਤਾਂ ਇੰਨੇ ਸਾਲ ਹੋ ਗਏ ਬੋਲੇ ਨਹੀਂ ਜੀ, ਤਾਂ ਬੜਾ ਕਮਾਲ ਦਾ ਬੰਦਾ ਹੈ। ਉਹ ਕਹਿੰਦੇ ਅੱਛਾ ਠੀਕ ਹੈ, ਕੋਈ ਨਹੀਂ ਭਾਈ। ਉਹਨੂੰ ਕਹਿੰਦੇ ਮੋਨੀ ਜੀ ਤੁਸੀਂ ਅੱਜ ਸਾਡੇ ਇੱਥੇ ਰਹੋ। ਕਹਿੰਦੇ ਠੀਕ ਹੈ। ਇੱਕ ਸਿੱਖ ਨੂੰ ਬੁਲਾਇਆ, ਕਹਿੰਦੇ ਵੀ ਆ। ਕਹਿੰਦੇ ਹਾਂਜੀ। ਇਹ ਮੋਨੀ ਜੀ ਨੂੰ ਤੂੰ ਘਰ ਲੈ ਜਾ, ਇਹਨਾਂ ਦੀ ਚੰਗੀ ਤਰ੍ਹਾਂ ਸੇਵਾ ਕਰਨੀ ਹੈ, ਖੀਰ ਨਾਲ, ਕੜਾਹ ਨਾਲ, ਪੂੜੀਆਂ, ਛੋਲੇ, ਫਲਾਣਾ ਧਿਮਕਾ, ਬੜੇ ਭੋਜਨ ਖਵਾਉਣੇ ਨੇ। ਕਹਿੰਦੇ 7 ਵਚਨ। ਪਿੱਛੋਂ ਨਾਲ ਦੀ ਨਾਲ ਸਿੱਖ ਨੂੰ ਬੁਲਾ ਕੇ ਕਹਿੰਦੇ ਗੱਲ ਸੁਣੀ। ਕਹਿੰਦੇ ਇਹ ਬਾਬੇ ਦੀ ਸੇਵਾ ਸੂਵਾ ਕਰਨ ਦੀ ਕੋਈ ਲੋੜ ਨਹੀਂ, ਸੁੱਕੀਆਂ ਰੋਟੀਆਂ ਦੇਣੀਆਂ। ਕਹਿੰਦੇ ਠੀਕ। ਹੁਣ ਸਿੱਖ ਨੇ ਤਾਂ ਗੁਰੂ ਦਾ ਹੁਕਮ ਮੰਨਣਾ ਸੀ। ਜਾ ਕੇ ਜਿਹੜੀ ਕੋਈ ਦੁਪਹਿਰ ਵਾਲੀ ਰੋਟੀ ਪਈ ਸੀ ਸੁੱਕੀ। ਹੁਣ ਪਹਿਲਾਂ ਕਿਹੜਾ ਕਹਾਂ ਇੱਦਾਂ ਦੇ ਘਰ ਹੁੰਦੇ ਸੀ, ਇੱਕ ਇੱਕ ਕਮਰਾ ਹੁੰਦਾ ਸੀ ਕੱਚਾ, ਉਹ ਲੋ ਨਾ ਸਾਰੇ ਘਰ 'ਚ ਫਿਰ ਕੇ ਲੰਘ ਜਾਂਦੀ ਸੀ। ਜੇ ਕੋਈ ਖਿੜਕੀ ਖੁੱਲੀ ਰਹਿ ਗਈ, ਇੱਕ ਕਮਰਾ ਹੁੰਦਾ ਸੀ। ਉਹ ਹੁਣ ਰੋਟੀ ਸੁੱਕੀ ਹੋਈ ਸੀ, ਉਹ ਬਾਬੇ ਦੇ ਅੱਗੇੋਂ ਰੱਖਤੀ, ਉੱਤੇ ਅਚਾਰ ਚੂਰ ਰੱਖਦਾ, ਇੱਕ ਪਾਣੀ ਦਾ ਗਲਾਸ ਰੱਖਤਾ।
ਹੁਣ ਨਾਲ ਤਾਂ ਰੋਟੀ ਵੱਲ ਦੇਖਦਾ, ਨਾਲੇ ਗੁਰੂ ਦੇ ਬਚਨ ਯਾਦ ਨੇ। ਇਹ ਤਾਂ ਗੁਰੂ ਨੇ ਕਿਹਾ ਸੀ ਵੀ ਭਾਈ ਕੜਾਹ, ਖੀਰਾਂ, ਪੂਰੇ, ਛੋਲੇ ਖਵਾਉਣੇ ਨੇ, ਪੂੜੀਆਂ। ਇਹ ਚਲੋ ਔਖੇ ਸੌਖੇ ਨੇ ਖਾ ਲਈ ਵਿਚਾਰੇ ਨੇ। ਉਹਨੇ ਖਾ ਕੇ ਜਦੋਂ ਦੂਜੇ ਦਿਨ ਫਿਰ ਗੁਰੂ ਦਰਬਾਰ 'ਚ ਗਏ, ਹਾਂ ਵੀ ਸਿੱਖਾ ਇਹ ਮੋਨੀ ਜੀ ਦੀ ਸੇਵਾ ਕੀਤੀ ਆ? ਹਾਂ ਜੀ ਬੜੀ ਸੇਵਾ ਕੀਤੀ ਆ ਜੀ, ਕਮਾਲ ਕਰਤੀ। ਮੋਨੀ ਉਹਦੀ ਬੋਲ ਪਿਆ ਕਹਿੰਦਾ ਸਵਾਹ ਸੇਵਾ ਕੀਤੀ ਹੈ ਜੀ, ਰੁੱਖੀਆਂ ਰੋਟੀਆਂ ਦਿੱਤੀਆਂ ਨੇ ਮੈਨੂੰ, ਰੁੱਖੀਆਂ ਮਾਰੀਆਂ ਨੇ ਮੱਥੇ 'ਚ, ਮੈਂ ਮਸਾਂ ਟਪਾਈਆਂ ਨੇ, ਮਤਲਬ ਅੱਖਾਂ ਮੀਚ ਕੇ ਉਹ ਗਲ ਨੂੰ ਚੀਰਦੀਆਂ ਗਈਆਂ ਨੇ ਰੋਟੀਆਂ, ਭਿਉਂ ਕੇ ਖਾਧੀਆਂ ਨੇ। ਕਹਿੰਦੇ ਲੈ ਬਸ ਆ ਹੈ ਮੋਨ ਮਨ ਹੱਠ ਦਾ। ਹਾਂ ਇਹਦੇ ਮੁਕਾਬਲੇ 'ਚ ਜਦੋਂ ਕੋਈ ਨਾਮ ਦਾ ਰਸੀਆ ਹੋ ਜਾਂਦਾ, ਪਰਮਾਤਮਾ ਦਾ ਨਾਮ ਜਪਦਾ, ਸਾਧ ਸੰਗਤ ਜੀ ਉਹਦਾ ਬੋਲਣ ਨੂੰ ਜੀਏ ਨਹੀਂ ਕਰਦਾ। ਜਦੋਂ ਕੋਈ ਘਰੇ ਰਿਸ਼ਤੇਦਾਰ ਆਉਂਦਾ ਨਾ, ਫਿਰ ਗੱਲਾਂ, ਹਾਂ ਵੀ ਭੈਣੇ ਉਹ ਫਲਾਣੇ ਦਾ ਕੀ ਹਾਲ ਹੈ, ਧਿਮਕ ਕੀ ਸਵਾਹ ਹਾਲ ਹੈ, ਉਹ ਦੂਜੇ ਫਿਰ ਸਬਜੈਕਟ ਸ਼ੁਰੂ ਹੋ ਜਾਂਦਾ ਨਾ, ਜਿਹੜਾ ਨਾਮ ਜਪਣ ਵਾਲਾ, ਛੱਡੋ ਜੀ ਕੀ ਐਵੇਂ ਲੋਕਾਂ ਦੇ ਪਾਪ ਲੱਗੇ ਹੋ ਧੋਣ, ਛੱਡੋ ਪਰਾਂ, ਆਪਦੀ ਗੱਲ ਦੱਸੋ, ਆਪਦੀ ਗੱਲ ਕਰੋ। ਫਿਰ ਉਹ ਇਹ ਕਹੂਗਾ ਨਾਮ ਦਾ ਰਸੀਆ। ਅੱਛਾ ਜਿਹੜਾ ਕੋਈ ਮੇਰੇ ਵਰਗਾ, ਫਿਰ ਉਹ ਵਿੱਚੇ ਕੰਨ ਲੈ ਕੇ ਅੱਛਾ ਐਂ ਹੋਇਆ, ਅੱਛਾ ਐਂ, ਫਿਰ ਉਹ ਸਵਾਦ ਲਊਗਾ ਉਹ 'ਚੋਂ। ਨਾਮ ਦਾ ਰਸੀਆ ਵੈਸੀ ਘੱਟ ਬੋਲਦਾ। ਦੇਖੋ ਸਤਿਗੁਰੂ ਕੀ ਕਹਿੰਦੇ ਨੇ, ਘੱਟ ਬੋਲਣਾ, ਘੱਟ ਖਾਣਾ, ਘੱਟ ਸੌਣਾ, ਇਹ ਗੁਰਮੁਖ ਦੀ ਪਹਿਚਾਣ ਹੈ। ਗਰੀਬ ਨਵਾਜ਼ ਸਤਿਗੁਰੂ ਕਹਿੰਦੇ ਉਹਦਾ ਜਿਹੜਾ ਹੈ ਫਿਰ ਮਨ ਰਸ ਨਾਲ ਭਰ ਜਾਂਦਾ। ਨਾਮ ਲਾਹਾ ਲੈ ਗੁਰਮਤਿ ਵਿਕਸਾ, ਨਾਮ ਦਾ ਲਾਹਾ ਲੈ ਕੇ ਕਹਿੰਦੇ ਫਿਰ ਇਹ ਗੁਰੂ ਦੀ ਮੱਤ ਰਾਹੀਂ ਖਿੜ ਜਾਂਦਾ, ਕਿਉਂਕਿ ਗੁਰੂ ਦੀ ਮੱਤ ਤੇ ਚੱਲੇ ਹੀ ਲਾਹਾ ਆਉਂਦਾ ਨਾ। ਸਾਧ ਸੰਗਤ ਜੀ ਇੱਕ ਯਾਦ ਰੱਖਣਾ, ਜਿਹੜੇ ਬੰਦੇ ਆਪਣੀ ਮੱਤ ਤੇ ਚੱਲੇ ਉਹ ਨਰਕਾਂ 'ਚ ਗਏ ਨੇ, ਉਹ ਰਸਾਤਲ 'ਚ ਗਏ ਨੇ। ਹੁਣ ਮਿਰਗ ਸਭ ਤੋਂ ਸੋਹਣੀ ਅੱਖ ਮਿਲੀ ਆ ਸੰਸਾਰ 'ਚੋਂ, ਜੇ ਉਹਨੂੰ ਮਿਲੀ ਆ ਤਾਂ। ਗੁਰੂ ਮਹਾਰਾਜ ਨੇ ਵੀ ਉਦਾਹਰਨ ਦਿੱਤੀ ਆ, ਸੁਣ ਮੂੰਹ ਤੇ ਹਰਨ ਆਖੀਏ, ਹੇ ਹਿਰਨ ਵਰਗੀਆਂ ਅੱਖਾਂ ਵਾਲੀਏ ਜੀ ਵਿਸਤਰ ਗਏ। ਸਭ ਤੋਂ ਸੋਹਣੀ ਅੱਖ ਜੇ ਮਿਲੀ ਹੈ ਤਾਂ ਉਹ ਹਿਰਨ ਨੂੰ ਮਿਲੀ ਹੈ। ਅੱਖ ਤਾਂ ਸੋਹਣੀ ਮਿਲ ਗਈ, ਪਰ ਮੱਤ ਕਿਹਦੀ ਵਰਤੀ? ਆਪਣੇ ਮਨ ਦੀ। ਉਸ ਅੱਖ ਨੇ ਦੱਸਿਆ ਬਈ ਅੱਗੇ ਪਾਣੀ ਹੈ, ਹੁਣ ਮੱਤ ਨਹੀਂ ਆਪਦੀ ਵਰਤੀ ਵੀ ਉਹਦੇ ਟਿੱਬਿਆਂ 'ਚ ਪਾਣੀ ਕਿਵੇਂ ਹੋ ਸਕਦਾ, ਉਹ ਅੱਗੇ ਚਲਿਆ ਜਾਂਦਾ ਆਪਦੀ ਮੱਤ ਵਰਤ ਕੇ। ਉਹ ਕਿਉਂਕਿ ਇਹ ਨਾ ਇੱਕ ਫਿਜ਼ਿਕਸ ਦਾ, ਭੌਤਿਕ ਵਿਗਿਆਨ ਦਾ ਇੱਕ ਲਾ ਹੈ, ਨਿਯਮ ਹੈ ਲਾਈਟ ਦਾ, ਜੇ ਆਪਣਾ ਲਾ ਆਫ ਲਾਈਟ ਕਹਿੰਦੇ ਨਾ, ਉਹ ਹੈ ਕਿ ਜਿਉਂ ਇਹ ਡਿਸਟੈਂਸ ਵਧੀ ਜਾਂਦਾ ਉਹਦੀ ਰਿਫਲੈਕਸ਼ਨ ਦਾ ਵੀ ਉਸ ਹਿਸਾਬ ਨਾਲ ਫਰਕ ਪਈ ਜਾਂਦਾ। ਉਹ ਅੱਗੇ ਵੱਧਦਾ, ਉਹ ਪਾਣੀ ਹੋਰ ਅੱਗੇ ਹੋਈ ਜਾਂਦਾ, ਉਹ ਜਿਹੜਾ ਹੈ ਮਤਲਬ ਇੱਕ ਦਿਸਦਾ ਉਹਨੂੰ ਪਾਣੀ ਦਾ ਭੁਲੇਖਾ ਪੈ ਰਿਹਾ, ਉਹ ਅੱਗੇ ਜਾਂਦਾ। ਰਿਜ਼ਲਟ ਕੀ ਨਿਕਲਦਾ? ਉਹ ਆਪਣੀ ਮੱਤ ਤੇ ਚੱਲ ਕੇ ਉਹ ਮਾਰੂ ਥਲ ਦੇ ਵਿੱਚ ਤੜਫ ਕੇ ਮਰ ਜਾਂਦਾ। ਰਾਵਣ ਆਪਣੀ ਮੱਤ ਤੇ ਚੱਲਿਆ, ਉਹਦੇ ਘਰ ਵਾਲੀ ਨੇ ਵੀ ਕਿਹਾ, ਉਹਦੇ ਗੁਰੂ ਨੇ ਵੀ ਕਿਹਾ ਭਾਈ ਇਹ ਅਵਤਾਰਾਂ ਨਾਲ ਲੜਾਈ ਚੰਗੀ ਨਹੀਂ ਹੁੰਦੀ, ਆਪਣੀ ਮੱਤ ਤੇ ਚੱਲਿਆ। ਫਿਰ ਕੀ ਹੋਇਆ? ਚਾਰਾਂ ਵੇਦਾਂ ਦਾ ਪਾਠੀ, ਸਿਮਰਤੀਆਂ ਦਾ ਪਾਠੀ, ਗੁਰਬਾਣੀ 'ਚ ਕਿਹਾ ਮੂਰਖ ਰਾਵਣ ਕਿਆ ਲੈ ਗਿਆ, ਮੂਰਖ ਦੀ ਉਪਾਧੀ ਮਿਲੀ, ਮੱਤ ਆਪਣੀ ਵਰਤੀ। ਜਿਹੜੇ ਸਿੱਖਾਂ ਨੇ ਆਪਣੀ ਮੱਤ ਵਰਤੀ, ਸਾਧ ਸੰਗਤ ਜੀ ਉਹ ਕਿਲੇ ਦੇ ਉੱਤੋਂ ਦੀ ਟੱਪੇ ਸੀ ਨਾ, ਉਹ ਭਾਈ ਉਹ ਦੁਨੀ ਚੰਦ ਹੋਰੀ ਆਪਣਾ ਜਿਹੜਾ ਹੈ ਪੱਗ ਬੰਨ੍ਹ ਕੇ ਮਰੇ, ਨਾਲੇ ਮਤਲਬ ਬਦਨਾਮੀ ਹੋਈ, ਗੁਰੂ ਤੋਂ ਬੇਮੁਖ ਹੋਏ। ਪਰ ਜਿਹੜੇ ਗੁਰੂ ਦੀ ਮੱਤ ਤੇ ਚੱਲ ਕੇ ਵੀ ਚਲੋ ਹੁਣ ਗੁਰੂ ਦੇ ਮੁਤਾਬਕ ਚੱਲਾਂਗੇ, ਸਾਧ ਸੰਗਤ ਜੀ ਅੱਜ ਫਿਰ ਜੋੜ ਮੇਲੇ ਲੱਗਦੇ ਨਾ ਉਹਨਾਂ ਦੀਆਂ ਯਾਦਾਂ 'ਚ। ਆਪਾਂ ਜਾਂਦੇ ਹਾਂ ਅਨੰਦਪੁਰ ਸਾਹਿਬ ਜਾਣਾ, ਹਾਂ ਜੀ ਇਹ ਸਰਸਾ ਨਦੀ ਦੇ ਕਿਨਾਰੇ ਦੇ ਸ਼ਹੀਦਾਂ ਨੂੰ, ਉਹਨਾਂ ਨੂੰ ਵੀ ਨਮਸਕਾਰ ਕਰਕੇ ਆਉਂਦੇ ਹਾਂ। ਚਮਕੌਰ ਸਾਹਿਬ ਦੇ ਸ਼ਹੀਦਾਂ ਨੂੰ ਵੀ ਨਮਸਕਾਰ ਕਰਕੇ ਆਉਂਦੇ ਹਾਂ, ਕਿਉਂਕਿ ਗੁਰੂ ਦੀ ਮੱਤ ਨੂੰ ਧਾਰਨ ਕੀਤਾ ਉਹਨਾਂ ਨੇ। ਗੁਰੂ ਦੀ ਮੱਤ ਤੇ ਚੱਲਦਿਆਂ ਹੋਇਆਂ ਨੀਂਦ ਨੂੰ, ਭੁੱਖ ਨੂੰ, ਸੁੱਖ ਨੂੰ ਤਿਆਗਤਾ। ਇਹ ਗੁਰੂ ਦੀ ਮੱਤ ਰਾਹੀਂ ਕਹਿੰਦੇ ਜਦੋਂ ਇਹ ਨਾਮ ਦਾ ਲਾਹਾ ਲੈ ਕੇ ਚੱਲਦੇ ਆ, ਫਿਰ ਖੇੜਾ ਪੈਦਾ ਹੁੰਦਾ ਹੈ। ਨਾਮ ਬਿਨਾ ਕੁਸ਼ਟੀ ਮੋਹ ਅੰਧਾ, ਨਾਮ ਤੋਂ ਬਗੈਰ ਤਾਂ ਕੋੜ ਹੀ ਹੁੰਦਾ। ਆਪਾਂ ਪੜ੍ਹਦੇ ਆ ਨਾ, ਜੈ ਤਨ ਵਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਵਿਲ ਲਾਏ। ਇਹ ਕੋੜ ਇੱਕ ਐਸਾ ਰੋਗ ਹੈ ਸਾਧ ਸੰਗਤ ਜੀ, ਅੱਜ ਕੱਲ੍ਹ ਤਾਂ ਇਹਦਾ ਇਲਾਜ ਹੋ ਗਿਆ, ਪੁਰਾਣੇ ਜ਼ਮਾਨਿਆਂ ਦੇ ਵਿੱਚ ਇਹਦਾ ਇਲਾਜ ਨਹੀਂ ਹੁੰਦਾ ਸੀ। ਇਹ ਸਾਰੇ ਸਰੀਰ ਦੇ ਉੱਤੇ ਵੈਈਆਂ ਫਟ ਜਾਂਦੀਆਂ ਸੀ, ਜ਼ਖਮ ਹੋ ਜਾਂਦੇ ਸੀ, ਉਹਨਾਂ ਦੇ ਵਿੱਚੋਂ ਬਦਬੂਦਾਰ ਪਾਣੀ ਨਿਕਲਦਾ ਸੀ। ਉਹ ਜ਼ਖਮਾਂ ਦੇ ਵਿੱਚੋਂ ਉਹ ਪਾਣੀ ਤਾਂ ਇੱਕ ਤਾਂ ਬਦਬੂਦਾਰ ਹੁੰਦਾ ਸੀ, ਇੱਕ ਜਦੋਂ ਨਿਕਲਦਾ ਸੀ ਨਾ ਉਹ ਸਾੜਾ ਪਾਉਂਦਾ ਸੀ। ਇਸ ਕਰਕੇ ਕੋਹੜੀ ਨੂੰ ਇੱਕ ਇਲਾਜ ਦੀ ਬਿਮਾਰੀ ਹੁੰਦੀ ਸੀ। ਜਿਹੜੇ ਕਿਸੇ ਪਰਿਵਾਰ ਦੇ ਮੈਂਬਰ ਨੂੰ ਕੋਹੜ ਹੋ ਜਾਂਦਾ ਸੀ ਨਾ, ਉਹਨੂੰ ਬਾਹਰ ਖੇਤਾਂ 'ਚ ਛੱਡੇ ਹੁੰਦੇ ਸੀ, ਉੱਥੇ ਛੰਨ ਜੀ ਪਾਈ, ਉੱਥੇ ਉਹਨੂੰ ਨਾ ਕੁੱਤੇ ਵਾਂਗੂ ਰੋਟੀ ਪਾ ਕੇ ਆਉਂਦੇ ਸੀ ਅੱਡ ਭਾਂਡੇ 'ਚ ਦੂਰੋਂ, ਬਈ ਆ ਉਹਦੇ ਨੇੜੇ ਨਹੀਂ ਲੱਗਦੇ ਸੀ ਵੀ ਸਾਨੂੰ ਨਾ ਕੋਹੜ ਹੋ ਜੇ। ਮਹਾਰਾਜ ਕਹਿੰਦੇ ਨਾਮ ਤੋਂ ਬਗੈਰ ਤਾਂ ਉਹ ਅੰਨਾ ਹੈ, ਕੋਹੜੀ ਹੈ, ਮੋਹ ਦੇ ਵਿੱਚ ਅੰਨਾ ਹੋਇਆ ਸੰਸਾਰ ਮੋਹ ਦੇ ਵਿੱਚ ਕੋਹੜੀ ਆ ਉਹ। ਸਭ ਨਿਹਫਲ ਕਰਮ ਕੀਏ ਦੁੱਖ ਧੰਦਾ, ਜਿੰਨੇ ਉਹ ਕਰਮ ਕਰਦਾ ਉਹ ਸਭ ਦੁੱਖ ਰੂਪ ਨੇ, ਜਿਹਨੇ ਧੰਦੇ ਕਰਦਾ ਸਭ ਨਿਹਫਲ ਨੇ। ਧੰਦਾ ਤਾਂ ਸਾਧ ਸੰਗਤ ਜੀ ਇੱਕੋ ਹੀ ਆ, ਨਾਮ ਜਪਣਾ। ਬਾਕੀ ਤਾਂ ਸਾਡੀ ਡਿਊਟੀ ਹੈ ਪਰਿਵਾਰ ਨੂੰ ਪਾਲਣਾ।
कोई 8 घंटे ड्यूटी करता, कोई 6 घंटे ड्यूटी करता। दुकानदार ने ये चलो 12-12 घंटे दुकान खोल लेंदे ने, वो तो एक अपनी ड्यूटी लगी हुई आ, परिवार नूं पालना, रोज़गार है, पेट नूं चलाउण वास्ते, ये जीवन की गड्डी नूं चलाउण वास्ते। बाकी जिहड़ा मेन काम है ना साडा, वो तो यह है तू आयो सुन पढ़न कहो बाणी। उत्थे देखो ये नहीं लिखा तू दुकान खोलण वास्ते आया, जां नौकरी करन वास्ते आया, जां व्यापार करन वास्ते आया, ये नहीं लिखा तू इस काम वास्ते आया। सानू साडा मकसद याद कराया कि आयो पढ़न सुनन कहो बाणी। असी नाम जपण वास्ते आया, बाणी पढ़न वास्ते आया, बाणी सुनन वास्ते आया, बाणी नूं पढ़ सुन के उहदे उत्ते शुभ अमल करन वास्ते आया। बाणी हुण पढ़ता लई आपां पढ़दे ना, पाठ पढ़िओ और वेद विचारो निवल भुअंगम साधे। पाठ पढ़ लिया साध संगत जी, ਉਹਦੇ विचार भी कर ली भी गुरबाणी आ कहती है, पर ਉਹਤੇ आचार नहीं किया। विचार तो कर ली पर आचार नहीं किया, भाव उस अमली जीवन के नहीं लिया। हुण कोई बंदा सिविल लाइन थाने कोले खड़ा पढ़ी जाता है, नाभा 26 किलोमीटर, नाभा 26 किलोमीटर, नाभा 26 किलोमीटर, कि नाभे पहुँच जाएगा कभी वो? ਜਾਂ ਬੱਸ ਅੱਡੇ ਤੇ ਖੜਾ ਪੜੀ ਜਾਂਦਾ ਜੀ ਚੰਡੀਗੜ੍ਹ 70 ਕਿਲੋਮੀਟਰ, ਚੰਡੀਗੜ੍ਹ 70 ਕਿਲੋਮੀਟਰ, ਦਿਨ ਰਾਤ ਉਹਦਾ ਜਾਪ ਕਰੀ ਜਾਵੇ, ਕਦੇ ਪਹੁੰਚੇਗਾ ਚੰਡੀਗੜ੍ਹ? ਪਹੁੰਚੇਗਾ ਉਦੋਂ ਜਦੋਂ ਉਹ ਚੱਲੇਗਾ, ਜਿਹੋ ਜਿਹਾ ਉਹਦੇ ਕੋਲੇ ਸਾਧਨ ਹੋਏਗਾ। ਹਵਾਈ ਜਹਾਜ਼ ਹੋਏਗਾ ਅੱਧੇ ਘੰਟੇ 'ਚ ਪਹੁੰਚ ਜੂ, ਬੱਸ ਤੇ ਜਾਏਗਾ ਤਾਂ 1.5 ਘੰਟੇ 'ਚ ਪਹੁੰਚ ਜੂ, ਕਾਰ ਹੋਈ 1 ਘੰਟੇ 'ਚ ਪਹੁੰਚ ਜੂ, ਸਕੂਟਰ ਹੋਇਆ 2-2.5 ਘੰਟੇ ਲੱਗ ਜਾਣਗੇ, ਜੇ ਕੋਈ ਪੈਦਲ ਚੱਲ ਪਿਆ ਤਾਂ ਹੋ ਸਕਦਾ ਸ਼ਾਮ ਤੱਕ ਪਹੁੰਚ ਜੇ। ਦੂਜੇ ਪਰ ਪਹੁੰਚ ਜ਼ਰੂਰ ਜਾਏਗਾ ਜਿਹੋ ਜਿਹਾ ਸਾਧਨ ਹੋਏਗਾ ਉਹਦੇ ਕੋਲ, ਜੇ ਚੱਲ ਪਿਆ ਤਾਂ। ਅਸੀਂ ਗੁਰਬਾਣੀ ਪੜ੍ਹਦੇ ਹਾਂ ਪਰ ਚੱਲਦੇ ਨਹੀਂ ਉਹਦੇ ਮੁਤਾਬਕ, ਇਸ ਕਰਕੇ ਅਸੀਂ ਉੱਥੇ ਦੇ ਉੱਥੇ ਹੀ ਖੜ੍ਹੇ ਹਾਂ। ਗੁਰਦੁਆਰੇ ਜਾਂਦੇ ਹਾਂ, ਨੰਗੇ ਪੈਰੀਂ ਜਾਂਦੇ ਹਾਂ, ਦੇਗ ਕਰਵਾਉਂਦੇ ਹਾਂ, ਪਰ ਖੜ੍ਹੇ ਉੱਥੇ ਹਾਂ ਕਿਉਂਕਿ ਚੱਲੇ ਨਹੀਂ ਹੈਗੇ। ਉਸ ਨੂੰ ਪ੍ਰੈਕਟੀਕਲ ਲਾਈਫ ਦੇ ਵਿੱਚ ਅਸੀਂ ਅਡੋਪਟ ਹੀ ਨਹੀਂ ਕੀਤਾ, ਅਮਲੀ ਜੀਵਨ ਦੇ ਵਿੱਚ ਉਹਨੂੰ ਧਾਰਨੇ ਨਹੀਂ ਕੀਤਾ ਹੈਗਾ। ਗੱਲ ਉੱਦੇ ਬਣਨੀ ਹੈ। ਖੰਡ ਖੰਡ ਕਹਿਆਂ ਕਿਸੇ ਦਾ ਮੂੰਹ ਮਿੱਠਾ ਨਹੀਂ ਹੁੰਦਾ, ਪਾਣੀ ਪਾਣੀ ਕਹਿਆਂ ਕਿਸੇ ਦੀ ਪਿਆਸ ਨਹੀਂ ਬੁਝਦੀ, ਰੋਟੀ ਰੋਟੀ ਦਾ ਜਾਪ ਕਰਨ ਦੇ ਨਾਲ ਕਿਸੇ ਦੀ ਭੁੱਖ ਨਹੀਂ ਖਤਮ ਹੁੰਦੀ। ਰੋਟੀ ਖਾਦਿਆਂ ਹੀ ਭੁੱਖ ਮਿਟਦੀ ਹੈ, ਪਾਣੀ ਪੀਤਿਆਂ ਹੀ ਪਿਆਸ ਖਤਮ ਹੁੰਦੀ ਹੈ। ਇਹ ਜਦੋਂ ਆਪਾਂ ਚਾਲਾ ਮਾਰਦੇ ਹਾਂ ਉਦੋਂ ਹੀ ਬਾਟ ਮੁੱਕਦੀ ਹੈ, ਨਹੀਂ ਬਾਟ ਨਹੀਂ ਮੁੱਕਦੀ ਹੈਗੀ। ਗਰੀਬ ਨਵਾਜ਼ ਸਤਿਗੁਰੂ ਕਹਿੰਦੇ ਨੇ, ਕਹਿੰਦੇ ਸਾਰੇ ਉਹਦੇ ਕੰਮ ਨੇ ਜਿਹੜੇ ਇਹ ਦੁੱਖ ਰੂਪ ਨੇ, ਨਿਹਫਲ ਨੇ। ਸਾਧ ਸੰਗਤ ਜੀ, ਆਪਾਂ ਧਰਮ ਨੂੰ ਧੰਦਾ ਬਣਾਉਂਦੇ, ਆਪਾਂ ਗੁਰਦੁਆਰੇ ਜਾ ਕੇ ਵੀ ਨਾ ਘਰ ਯਾਦ ਕਰਦੇ ਹਾਂ। ਇੱਕ ਨਾ ਸਾਡੀ ਇਹ ਜਿਹੜੀ ਟ੍ਰੈਜਡੀ ਹੈ ਉਹ ਇਹ ਹੈ, ਜਦੋਂ ਤਾਂ ਅਸੀਂ ਘਰ ਹੁੰਦੇ ਹਾਂ, ਲਓ ਜੀ ਅੱਜ ਸਤਸੰਗ ਭਾਵ ਨਹੀਂ ਜਾਇਆ ਗਿਆ, ਅੱਜ ਕਥਾ ਰਹਿ ਗਈ, ਅੱਜ ਫਲਾਣਾ ਹੋ ਗਿਆ, ਅੱਜ ਧਮਕਾ, ਮਤਲਬ ਫਿਰ ਉਦੋਂ ਮਨ ਇੱਥੇ ਹੋਊਗਾ। ਕਈ ਵਾਰੀ ਦੇਖਿਆ ਇੱਥੇ ਆ ਕੇ ਉਹ ਜੀ ਉਹ ਘਰ ਫਲਾਣਾ ਨਾ ਆ ਗਿਆ ਹੋਵੇ, ਉਹ ਫਲਾਣਾ ਕੰਮ ਕਰਨਾ ਸੀ ਅੱਜ, ਜਦੋਂ ਉਰੇ ਆ ਜਾਣਾ ਉਦੋਂ ਮਨ ਉੱਥੇ ਭੱਜ ਜਾਂਦਾ। ਬੱਚਾ ਸੌਖਾ ਕਿਉਂ ਹੈ? ਤੁਸੀਂ ਯਾਦ ਰੱਖਿਓ, ਬੱਚੇ ਦਾ ਜਿੱਥੇ ਤਨ ਹੁੰਦਾ ਨਾ ਉੱਥੇ ਉਹਦਾ ਮਨ ਹੁੰਦਾ। ਜੇ ਮਾਂ ਦੀ ਗੋਦ 'ਚ ਪਿਆ ਨਾ ਤਾਂ ਉਹਦਾ ਮਨ ਵੀ ਮਾਂ ਦੀ ਗੋਦ 'ਚ ਹੀ ਆ। ਜਿਉਂ-ਜਿਉਂ ਵੱਡਾ ਹੋਈ ਜਾਂਦਾ ਫਿਰ ਇਹ ਮਨ ਅਤੇ ਤਨ ਵੱਖਰੇ ਵੱਖਰੇ ਹੋ ਜਾਂਦੇ ਨੇ। ਮਨ ਕਿਤੇ ਹੋਰ ਹੈ, ਤਨ ਕਿਤੇ ਹੋਰ ਹੈ, ਤਨ ਕਿਤੇ ਹੋਰ ਹੈ, ਮਨ ਕਿਤੇ ਹੋਰ ਹੈ। ਇਸ ਕਰਕੇ ਅਸੀਂ ਦੁਖੀ ਹੋਈ ਜਾਂਦੇ, ਸਾਡੇ ਪੱਲੇ ਕੱਖ ਨਹੀਂ ਪੈਂਦਾ। ਜੇ ਕਿਤੇ ਸਤਿਗੁਰੂ ਸਾਡੇ 'ਤੇ ਕਿਰਪਾ ਕਰ ਦੇਣ, ਹੁਣ ਅਸੀਂ ਤਨ ਕਰਕੇ ਇੱਥੇ ਸਾਰੇ ਬੈਠੇ ਹਾਂ, ਜੇ ਕਿਤੇ ਸਾਡਾ ਮਨ ਵੀ ਇੱਥੇ ਇਹ 'ਚ ਸ਼ਾਮਿਲ ਹੋਵੇ, ਸਾਧ ਸੰਗਤ ਜੀ, ਫਿਰ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਗਈ, ਫਿਰ ਤਾਂ ਅਸੀਂ ਖੱਟ ਗਏ। ਪਰ ਸਾਡਾ ਦੁਖਾਂਤ ਇਹ ਹੈ ਵੀ ਅਸੀਂ ਜਿੱਥੇ ਸਾਡਾ ਤਨ ਹੁੰਦਾ ਉੱਥੇ ਮਨ ਨਹੀਂ ਹੁੰਦਾ। ਸਤਿਗੁਰੂ ਸਾਡੇ 'ਤੇ ਕਿਰਪਾ ਕਰਨਗੇ, ਕੋਈ ਨਹੀਂ, ਆਪਾਂ ਚੱਲੇ ਹਾਂ, ਸਤਿਗੁਰੂ ਕਿਰਪਾ ਕਰਨ। ਹਰ 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 ਜਸ ਜਪੈ ਵਡਭਾਗੀ, ਨਾਨਕ ਗੁਰਮਤਿ ਨਾਮ ਲਿਵ ਲਾਗੀ। ਕਹਿੰਦੇ ਹਰੀ ਹਰੀ, ਹਰੀ ਦਾ ਜਸ ਵੱਡੇ ਭਾਗਾਂ ਵਾਲਾ ਬੰਦਾ ਜਪਦਾ, ਇਹ ਮਾੜਾ ਧੂੜਾ ਨਹੀਂ ਜਪਦਾ। ਚਾਹੇ ਤੁਸੀਂ 5 ਮਿੰਟ ਵੀ ਜਪਦੇ ਹੋ, ਆਪਣੇ ਆਪ ਨੂੰ ਵੱਡੇ ਭਾਗਾਂ ਵਾਲਾ ਸਮਝੋ, ਉਹਦਾ ਸ਼ੁਕਰਾਨਾ ਕਰੋ, ਸਤਿਗੁਰੂ ਤੇਰਾ ਸ਼ੁਕਰ ਹੈ, ਕੋਈ ਗੱਲ ਨਹੀਂ। ਜੇ ਤੂੰ 5 ਮਿੰਟ ਬਿਠਾਇਆ, 2 ਮਿੰਟ ਤਾਂ ਮੇਰਾ ਮਨ ਲੱਗਿਆ ਹੀ ਹੈ, 2 ਵਾਰੀ 3 ਵਾਰੀ ਤਾਂ ਮੇਰਾ ਮਨ ਲੱਗਾ, ਸਤਿਗੁਰੂ ਤੇਰਾ ਸ਼ੁਕਰ ਹੈ, ਮੈਂ ਤੇਰਾ ਸਾਹਿਬਜ਼ਾਦਾ, ਤੂੰ ਮੈਨੂੰ ਆਪਣੀ ਗੋਦ 'ਚ ਬੈਠਣ ਦਾ ਸੁਭਾਗ ਦਿੱਤਾ। ਆਪਣੇ ਆਪ ਨੂੰ ਮਾੜੇ ਧੂੜੇ ਨਹੀਂ ਸਮਝਣਾ। ਆਪਾਂ ਕਲਗੀਧਰ ਦੇ ਲਾਲ ਹਾਂ, ਗੁਰੂ ਤੇਗ ਬਹਾਦਰ ਮਹਾਰਾਜ ਦੇ ਪੋਤੇ ਹਾਂ, ਮਾਤਾ ਸਾਹਿਬ ਕੌਰ ਦੇ ਜਾਏ ਹਾਂ। ਆਪਦੇ ਆਪ ਨੂੰ ਕੋਈ ਨਹੀਂ ਮਾੜੇ ਮਾੜੇ ਜੀ, ਉਸ ਤਾਂ ਐਵੇਂ ਆ ਜੀ, ਇਸ ਤਾਂ ਫਲਾਣਿਆ, ਇਸ ਤਾਂ ਧਮਕਿਆਂ। ਹਾਂ, ਇੱਕ ਗੱਲ ਜ਼ਰੂਰ ਯਾਦ ਰੱਖਣੀ ਹੈ, ਉਹਨਾਂ ਦੇ ਪੁੱਤਰ ਹੋਣ ਦੀ ਮਰਿਆਦਾ ਵੀ ਦਿਮਾਗ ਦੇ ਵਿੱਚ ਰੱਖਣੀ ਹੈ। ਇਹ ਵੀ ਯਾਦ ਰੱਖਣਾ ਵੀ ਅਸੀਂ ਉਹਦੇ ਪੁੱਤਰਾਂ, ਕਿਹੜਾ ਕੰਮ ਸਾਨੂੰ ਸ਼ੋਭਦਾ, ਕਿਹੜਾ ਕੰਮ ਸਾਨੂੰ ਨਹੀਂ ਸ਼ੋਭਦਾ। ਅਸੀਂ ਉਸ ਪਰਸਨੈਲਿਟੀ ਦੇ ਮੁਤਾਬਕ, ਉਸ ਸ਼ਖਸੀਅਤ ਦੇ ਮੁਤਾਬਕ ਅਸੀਂ ਕਦਮ ਪੱਟਣੇ ਧਰਤੀ ਦੇ ਉੱਤੇ। ਵੀ ਹਾਂ, ਅਸੀਂ ਕੋਈ ਗਲਤ ਕਦਮ ਤਾਂ ਨਹੀਂ ਪੱਟ ਰਹੇ, ਅਸੀਂ ਕੋਈ ਬੇਈਮਾਨੀ ਵਾਲੇ ਪਾਸੇ ਤਾਂ ਨਹੀਂ ਜਾ ਰਹੇ, ਅਸੀਂ ਕੋਈ ਹੇਰਾ ਫੇਰੀ ਵਾਲੇ ਪਾਸੇ ਤਾਂ ਨਹੀਂ ਜਾ ਰਹੇ। ਇਹ ਜ਼ਰੂਰ ਯਾਦ ਰੱਖਣਾ। ਅਸੀਂ ਕੌਣ? ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ
ਨਾਦੀ ਪੁੱਤਰ ਹਾਂ ਕਿ ਇਹ ਜਿਹੜਾ ਕੰਮ ਮੈਂ ਕਰਨ ਲੱਗਿਆ ਜਾਂ ਕਰਨ ਲੱਗੀ ਹਾਂ ਕੀ ਮੈਨੂੰ ਸ਼ੋਭਾ ਦਿੰਦਾ ਇਹ? ਮੈਂ ਰਿਸ਼ਵਤ ਲੈਣ ਲੱਗਿਆ ਮੇਜ਼ ਦੇ ਹੇਠਾਂ ਦੀ, ਕੀ ਮੈਨੂੰ ਇਹ ਜੱਚਦਾ? ਇਹ ਯਾਦ ਰੱਖਣਾ। ਸਤਿਗੁਰੂ ਦਾ ਕਿਹਾ ਇਹਨ ਪੁੱਤਰਨ ਕੇ ਸੀਸ ਪਰ, ਸਾਡੇ ਵਾਲੇ ਹੱਥ ਕਰਕੇ ਕਿਹਾ ਸੀ ਨਾ, ਹੁਣ ਤਾਂ ਕਹਿਤਾ। ਹੁਣ ਅਸੀਂ ਪੁੱਤਰ ਬਣਨ ਦੀ ਮਰਿਆਦਾ ਵੀ ਤਾਂ ਪਾਲੀਏ, ਉਹਦੇ ਪੁੱਤਰ ਹੋਣ ਦੀ ਲਾਜ ਵੀ ਤਾਂ ਰੱਖੀਏ ਨਾ। ਫਿਰ ਸਤਿਗੁਰੂ ਸਾਡੀ ਪਿੱਠ ਥੋੜਾ ਲੱਗਣ ਦੇਗਾ। ਸਾਧ ਸੰਗਤ ਜੀ, ਇੱਕ ਗੱਲ ਯਾਦ ਰੱਖਣੀ ਹੈ, ਇਹ ਵਿਸ਼ਵਾਸ ਨਾਲ ਗੱਲ ਕਹੀ ਜਾ ਰਹੀ ਹੈ ਕਿ ਜਿਹੜਾ ਸਤਿਗੁਰੂ ਦਾ ਹੋ ਗਿਆ ਨਾ, ਅੱਜ ਤੱਕ ਰਿਕਾਰਡ ਹੈ, ਸਤਿਗੁਰੂ ਨੇ ਕਿਸੇ ਦੀ ਪਿੱਠ ਨਹੀਂ ਲੱਗਣ ਦਿੱਤੀ। ਇੱਕ ਵੀ ਬੰਦੇ ਦਾ ਨਾਂ ਲੈ ਜਾਓ ਕਿ ਫਲਾਣੇ ਬੰਦੇ ਦੀ ਪਿੱਠ ਸਤਿਗੁਰੂ ਨੇ ਲਵਾਤੀ, ਇੱਕ ਬੰਦੇ ਦੀ ਵੀ ਪਿੱਠ ਨਹੀਂ ਲੱਗੀ ਅੱਜ ਤੱਕ। ਜਿਹੜਾ ਸਤਿਗੁਰੂ ਤੇ ਤੁਲ ਗਿਆ ਪੂਰੀ ਤਰ੍ਹਾਂ, ਸਤਿਗੁਰੂ ਤੇ ਪੂਰੀ ਤਰ੍ਹਾਂ ਸਮਰਪਿਤ ਹੋ ਗਿਆ, ਇੱਕ ਬੰਦੇ ਦੀ ਪਿੱਠ ਨਹੀਂ ਲੱਗਣ ਦਿੱਤੀ ਅੱਜ ਤੱਕ। ਜਿਹੜਾ ਵੱਡੇ ਭਾਗਾਂ ਵਾਲਾ ਦਾ ਨਾਮ ਜਪਦਾ ਨਾ, ਕਹਿੰਦੇ ਨਾਨਕ ਗੁਰਮਤਿ ਨਾਮ ਲਿਵ ਲਾਗੀ। ਹੇ ਨਾਨਕ, ਗੁਰੂ ਦੀ ਮੱਤ ਤੇ ਚੱਲਦਿਆਂ ਹੋਇਆਂ ਉਹਦੀ ਲਿਵ ਨਾਮ ਦੇ ਵਿੱਚ ਲੱਗ ਜਾਂਦੀ ਹੈ। ਲਿਵ ਦਾ ਮਤਲਬ ਧਿਆਨ। ਸਾਧ ਸੰਗਤ ਜੀ, ਜਦੋਂ ਅਸੀਂ ਨਾਮ ਜਪਦੇ ਹਾਂ ਸਾਡਾ ਧਿਆਨ ਮਨ ਦੇ ਵਿੱਚ ਹੁੰਦਾ। ਜਦੋਂ ਅਸੀਂ ਆਪਣੇ ਲਿੰਗ ਨੂੰ, ਆਪਣੇ ਦੇਸ਼ ਨੂੰ, ਆਪਣੇ ਕਾਲ ਨੂੰ, ਆਪਣੇ ਸਮੇਂ ਸਥਾਨ ਨੂੰ ਭੁੱਲ ਜਾਂਦੇ ਹਾਂ ਨਾ, ਇਹਦਾ ਮਤਲਬ ਸਾਡੀ ਲਿਵ ਲੱਗ ਗਈ। ਜਿੰਨੀ ਦੇਰ ਯਾਦ ਰਹਿੰਦਾ ਕਿ ਮੈਂ ਰਘਬੀਰ ਸਿੰਘ ਹਾਂ ਜੀ, ਮੈਂ ਫਲਾਣਾ ਸਿੰਘ ਹਾਂ, ਮੈਂ ਫਲਾਣੀ ਕੌਰ ਹਾਂ, ਨਾਮ ਵੀ ਜਪੀ ਜਾਂਦੇ ਹਾਂ। ਲੈ ਜੀ ਲੋਕ ਆਏ ਆਖਣਗੇ ਜੀ ਇਹਨਾਂ ਦੀ ਲਾਈਟ ਤਾਂ 4 ਵਜੇ ਮੱਚਦੀ ਹੈ, ਇਹ ਨਾਮ ਜਪਦਾ, ਉਦੋਂ ਸਾਡੀ ਲਿਵ ਨਹੀਂ ਲੱਗੀ ਹੋਈ। ਲਿਵ ਲੱਗਣ ਦੀ ਪਹਿਚਾਣ ਇਹ ਵੀ ਹੈ, ਤੁਹਾਡੇ ਨੂੰ ਵਾਈਬ੍ਰੇਸ਼ਨ ਹੋਏਗੀ, ਤੁਹਾਡੇ ਸਰੀਰ ਨੂੰ ਕੰਪਨੀ ਛੜੇਗੀ, ਅੱਖਾਂ ਦੇ ਵਿੱਚੋਂ ਗੰਗਾ ਜਮਨਾ ਵੀ ਵਗਣਗੀਆਂ, ਪ੍ਰੇਮ ਅੰਦਰ ਪੈਦਾ ਹੋਏਗਾ। ਸਾਧ ਸੰਗਤ ਜੀ, ਪਹਿਲੀ ਵਾਰੀ ਨਹੀਂ, ਪਹਿਲਾਂ ਨਾਮ ਰੁੱਖਾ ਲੱਗੇਗਾ, ਪਹਿਲਾਂ ਨਾਮ ਤਾਂ ਤੁਹਾਨੂੰ ਕੌੜਾ ਲੱਗੇਗਾ, ਫਿਰ ਤੁਹਾਨੂੰ ਫਿੱਕਾ ਲੱਗੇਗਾ, ਫਿਰ ਬਕਬਕਾ ਲੱਗੇਗਾ, ਫਿਰ ਜਦੋਂ ਨਾਮ ਮਿੱਠਾ ਲੱਗਣ ਲੱਗ ਗਿਆ ਨਾ, ਫਿਰ ਤੁਸੀਂ ਨਾਮ ਜਪੇ ਬਗੈਰ ਰਹਿ ਨਹੀਂ ਸਕਣਾ। ਨਾਮ ਜਪੇ ਬਗੈਰ ਰਹਿ ਨਹੀਂ ਸਕਣਾ। ਫਿਰ ਚਾਹੇ ਤੁਹਾਨੂੰ ਨਾ ਇਹ ਹੋਵੇ ਵੀ ਰੋਟੀ ਵਾਲਾ ਸਮਾਂ ਵੀ ਕੱਢਣਾ ਪਵੇ, ਚੱਲ ਯਾਰ ਰੋਟੀ ਠਹਿਰ ਕੇ ਖਾ ਲਾਂਗੇ, ਵੀ ਹੁਣ ਸਮਾਂ ਲੱਗਿਆ 5 ਮਿੰਟ ਨਾਮ ਜਪ ਲਈਏ, ਫਿਰ 1 ਸੈਕਿੰਡ ਵੀ ਤੁਹਾਡਾ ਵਿਹਲਾ ਨਹੀਂ ਜਾਏਗਾ। ਹਾਂ, ਇੱਕ ਗੱਲ ਯਾਦ ਰੱਖਣੀ ਹੈ, ਜਦੋਂ ਆਪਾਂ ਦੁੱਧ ਜਮਾਉਂਦੇ ਹਾਂ ਨਾ, ਪਹਿਲਾਂ ਦੁੱਧ ਨੂੰ ਬੱਤ ਦਾ ਗਰਮ ਕਰਕੇ, ਫਿਰ ਜਦੋਂ ਉਹਦੇ ਵਿੱਚ ਜਾਗ ਲਾ ਕੇ ਉਹਨੂੰ ਕੁਛ ਘੰਟੇ ਟਿਕਣ ਦਾ ਸਮਾਂ ਦਿੰਦੇ ਹਾਂ। ਜੇ ਦੁੱਧ ਨੂੰ ਵੱਤਰ ਦਾ ਗਰਮ ਵੀ ਕਰ ਲਿਆ, ਉਹਦੇ ਵਿੱਚ ਜਾਗ ਵੀ ਲਾਤੀ, ਸਭ ਕੁਛ ਕਰਤਾ, ਜੇ ਆਪਾਂ ਉਹਨੂੰ ਫੜ ਕੇ ਹਿਲਾਈ ਜਾਈਏ ਦੁੱਧ ਜਮੇਗਾ ਨਹੀਂ। ਫਿਰ ਆਪਾਂ ਮੌਸਮ ਦੇ ਮੁਤਾਬਕ ਉਸ ਨੂੰ, ਜਿਵੇਂ ਹੁਣ ਗਰਮੀ ਹੈ ਉਹਦੇ ਮੁਤਾਬਕ ਆਪਾਂ ਜਿਹੜਾ ਹੈ ਟੈਂਪਰੇਚਰ 'ਤੇ ਰੱਖਦੇ ਹਾਂ, ਸਰਦੀਆਂ ਨੇ ਆਪਾਂ ਸਵਾਟਰਾਂ ਪੁਰਾਣੀਆਂ ਕੰਬਲ ਕੁੰਬਲ 'ਚ ਲਪੇਟ ਕੇ ਜਮਾਉਂਦੇ ਹਾਂ, ਫਿਰ ਜੰਮਦਾ ਹੈ ਨਾ। ਇਸ ਤਰ੍ਹਾਂ ਹੀ ਹੈ ਨਾ। ਪਹਿਲਾਂ ਸ਼ੁਰੂ ਦੇ ਵਿੱਚ ਬੈਠ ਕੇ ਨਾਮ ਜਪਣਾ ਪਏਗਾ। ਪਹਿਲਾਂ ਜਪਾਂਗੇ, ਕੌੜਾ ਲੱਗੇਗਾ, ਰੁੱਖਾ ਲੱਗੇਗਾ, ਨੀਂਦ ਆਏਗੀ, ਅਵਾਸੀਆਂ ਆਉਣਗੀਆਂ, ਮਨ ਉਕਤਾਏਗਾ, ਪਰ ਢੀਠ ਹੋ ਕੇ ਲੱਗੇ ਰਹਿਣਾ। ਹੱਠ ਯੋਗ, ਪਹਿਲਾਂ ਹੱਠ ਯੋਗ ਵਰਤਣਾ ਪੈਣਾ, ਲੱਗਣਾ ਰਹਿਣਾ। ਮਨ ਨੂੰ ਇੱਕ ਦਿਨ ਸਿੱਧਾ ਕਹਿ ਦੇਣਾ, ਲੈ ਵੀ ਬੰਦੇ ਦਾ ਪੁੱਤ ਬਣ ਜਾ, ਮੈਂ ਤਾਂ ਉੱਠਣਾ ਨਹੀਂ, ਮੈਂ ਤਾਂ 10 ਮਿੰਟ 5 ਮਿੰਟ ਚਾਹੇ ਕੁਛ ਮਰਜ਼ੀ ਕਰ, ਮੈਂ ਨਹੀਂ ਉੱਠਣਾ। ਅੱਛਾ ਦੇਖੋ, ਹੁਣ ਬਾਥਰੂਮ ਜਾ ਕੇ ਆਇਆ, ਨਾਮ ਜਪਦਿਆਂ ਉਹਦੀ ਬਾਥਰੂਮ ਦਾ ਜ਼ੋਰ ਪੈ ਜਾਂਦਾ, ਕਮਾਲ ਹੈ। ਦੱਸੋ, ਇਹਦਾ ਮਤਲਬ ਜਿਹੜੀਆਂ ਇਹ ਸਾਡੀ ਪੁਰਾਣੇ ਕੀਤੇ ਹੋਏ ਭੈੜੇ ਕਰਮ ਨੇ, ਸਾਡੀ ਕਿਸਮਤ ਹੈ, ਜਾਂ ਕਲਯੁਗ ਕਹਿ ਲਈਏ, ਜਾਂ ਜੋ ਵੀ ਕਹਿ ਲਈਏ, ਉਹ ਵਿਰੋਧੀ ਸ਼ਕਤੀਆਂ ਨੇ, ਉਹ ਸਾਡੇ ਨਾਮ ਜਪਣ ਦੇ ਵਿੱਚ ਖਲਲ ਪਾਉਣਾ ਚਾਹ ਰਹੀਆਂ ਨੇ। ਮਨ ਨੂੰ ਕਹਿ ਦੇਣੇ 10 ਮਿੰਟਾਂ ਨਾਲ ਤੇਰੀ ਕੋਈ ਮੌਤ ਨਹੀਂ ਹੋਣ ਲੱਗੀ, ਕੋਈ ਤੇਰਾ ਢਿੱਡ ਨਹੀਂ ਫਟਣ ਲੱਗਾ, ਮੈਂ ਬਾਥਰੂਮ ਜਾਣਾ ਹੀ ਨਹੀਂ, ਮੈਂ ਤਾਂ ਬੈਠਾ ਹੱਠ ਕਰਨਾ, ਮੈਂ ਤਾਂ ਜਪਣਾ। ਮਨ ਲੱਗੇ ਨਾ ਲੱਗੇ, ਉਹ ਹਜ਼ੂਰ ਸਾਹਿਬ ਕਾਲੇ ਚੋਲੇ ਵਾਲੇ ਨੇ, ਉਹ ਕਹਿੰਦੇ ਗੱਲ ਸੁਣ, ਜੇ ਨਾ ਲੱਗੇ ਨਾ ਉੱਚੀ ਉੱਚੀ ਲੱਗ ਜੀ, ਵਾਹਿਗੁਰੂ ਵਾਹਿਗੁਰੂ, ਕੜਕਾਟੇ ਪੱਟ ਦਿੰਦੇ ਨੇ, ਕਿਵੇਂ ਨਹੀਂ ਮਨ ਲੱਗੂਗਾ। ਆਲਸ ਪੈਂਦੀ ਹੈ ਨਾ, ਖੜਾ ਹੋ ਜੀ, ਬਸ ਕਰੇ ਉੱਚੀ ਉੱਚੀ ਕਰੇ, ਘਰ ਦੇ ਰੌਲਾ ਪਾਉਂਦੇ ਨੇ ਪਾਈ ਜਾਣ ਦੇ, ਤੂੰ ਆਪਦਾ ਰੌਲਾ ਪਾਈ ਜਾਈ, ਜਪੀ ਜਾਈ। ਯਾਰ ਗੱਲ ਤਾਂ ਠੀਕ ਹੈ, ਆਪਾਂ ਮਨ ਨਹੀਂ ਲੱਗਦਾ ਜੀ। ਮਨ ਪਹਿਲੇ ਦਿਨ ਥੋੜਾ ਲੱਗ ਜਾਏਗਾ। ਸਾਧ ਸੰਗਤ ਜੀ, ਜਿੱਦੇ ਮਨ ਲੱਗ ਗਿਆ ਉਦੋਂ ਤਾਂ ਅਸੀਂ ਮੰਜ਼ਿਲ ਤੇ ਪਹੁੰਚ ਗਏ। ਉਹੀ ਤਾਂ ਮਨ ਲਾਉਣ ਦਾ ਸਾਡੀ ਮੰਜ਼ਿਲ ਹੈ। ਹੁਣ ਆਪਾਂ ਸਤਸੰਗ ਭਵਨ ਆਏ ਹਾਂ, ਆਪਾਂ ਰਾਹ ਦੇ ਵਿੱਚ ਗਲੀਆਂ ਨੂੰ ਕ੍ਰੋਸ ਕੀਤਾ, ਬਾਜ਼ਾਰਾਂ ਨੂੰ ਕ੍ਰੋਸ ਕੀਤਾ, ਰਾਹ ਦੇ ਵਿੱਚ ਸਬਜ਼ੀ ਦੀਆਂ ਰੇਹੜੀਆਂ ਵੀ ਦੇਖੀਆਂ, ਫਲਾਂ ਦੀਆਂ ਰੇਹੜੀਆਂ ਦੇਖੀਆਂ, ਹੋਰ ਦੁਕਾਨਾਂ ਦੇਖੀਆਂ, ਸੋਨੇ ਦੇ ਗਹਿਣੇ ਦੀਆਂ ਦੁਕਾਨਾਂ ਦੇਖੀਆਂ, ਆਟੇ ਦੀਆਂ ਚੱਕੀਆਂ ਦੇਖੀਆਂ, ਆਪਾਂ ਕਿੰਨਾ ਕੁਛ ਦੇਖਦੇ ਆਏ ਹਾਂ। ਪਰ ਜਦੋਂ ਉਰੇ ਪਹੁੰਚ ਗਏ, ਉਰੇ ਤਾਂ ਨਹੀਂ ਆਪਾਂ ਨੂੰ ਕੁਛ ਦਿਸ ਰਿਹਾ, ਕਿਉਂਕਿ ਉਰੇ ਅਸੀਂ ਮੰਜ਼ਿਲ ਤੇ ਪਹੁੰਚ ਗਏ, ਇੱਥੇ ਮੰਜ਼ਿਲ ਤੇ ਪਹੁੰਚ ਗਏ, ਉਹਦਾ ਮੰਜ਼ਿਲ ਹੈ ਸਾਡੀ। ਹੁਣ ਆਪਾਂ ਰਸਤੇ 'ਚ ਜਾ ਰਹੇ ਹਾਂ, ਰਸਤੇ 'ਤੇ ਸਾਨੂੰ ਬੜਾ ਕੁਛ ਦਿਸੂਗਾ, ਦਿਸਣ ਦੇ ਕੋਈ ਗੱਲ ਨਹੀਂ, ਆਪਾਂ ਉਹਦੀ ਪਰਵਾਹ ਨਹੀਂ ਕਰਨੀ ਹੈਗੀ। ਆਪਾਂ ਪਹਿਲਾਂ ਢੀਠ ਹੋ ਕੇ ਲੱਗਣਾ, ਸਵੇਰੇ ਉੱਠ ਕੇ ਪਹਿਲਾਂ ਨਾਮ ਹੀ ਜਪਣਾ, ਕਰ ਇਸ਼ਨਾਨ, ਸਿਮਰ ਪ੍ਰਭ ਜਪਣਾ,
ਮਨ ਤਨ ਭਏ ਅਰੋਗਾ, ਇਹ ਵੀ ਗਰੰਟੀ ਦਿੱਤੀ ਆ ਸਤਿਗੁਰੂ ਨੇ। ਫਿਰ ਤੁਹਾਡਾ ਪਹਿਲਾਂ ਮਨ ਅਰੋਗ ਹੋਏਗਾ, ਫਿਰ ਤਨ ਅਰੋਗ ਹੋਏਗਾ। ਇੱਕ ਗੱਲ ਯਾਦ ਰੱਖਣੀ ਹੈ, ਸਾਡਾ ਤਨ ਤਾਂ ਹੀ ਰੋਗੀ ਹੁੰਦਾ ਹੈ ਜਦੋਂ ਸਾਡਾ ਪਹਿਲਾਂ ਮਨ ਰੋਗੀ ਹੁੰਦਾ ਹੈ। ਸਾਡੇ ਮਨ ਦੇ ਵਿੱਚ ਇਹ ਜਿਹੜੀਆਂ ਭੈੜੀਆਂ ਵਿਰਤੀਆਂ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਦਵੈਸ਼, ਡਰ, ਚਿੰਤਾ, ਫਿਕਰ, ਅੰਦੇਸ਼ੇ, ਵਹਿਮ, ਭਰਮ ਕਾਫੀ ਦੇਰ ਪਏ ਰਹਿੰਦੇ ਨੇ ਨਾ, ਫਿਰ ਸਾਡੇ ਮਨ ਨੂੰ ਇਹ ਪਾਪਾਂ ਦੀ ਉੱਲੀ ਲੱਗ ਜਾਂਦੀ ਆ। ਜਦੋਂ ਅਸੀਂ ਨਾਮ ਜਪਦੇ ਹਾਂ, ਸਰਬ ਰੋਗ ਕਾ ਔਖਦ ਨਾਮ ਕਿਉਂ ਕਿਹਾ? ਜਦੋਂ ਅਸੀਂ ਨਾਮ ਜਪਦੇ ਹਾਂ, ਸਾਡੇ ਅੰਦਰ ਜਿਹੜੀ ਸਕਾਰਾਤਮਕ ਸ਼ਕਤੀ ਹੈ ਨਾ, ਜਿਹਨੂੰ ਆਪਾਂ ਇੰਗਲਿਸ਼ ਦੇ ਵਿੱਚ ਕਹਿੰਦੇ ਹਾਂ ਪੋਜ਼ਿਟਿਵ ਪਾਵਰ, ਉਹ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਆ। ਜਦੋਂ ਫਿਰ ਉਹ ਪੈਦਾ ਹੁੰਦੀ ਹੈ ਸਾਧ ਸੰਗਤ ਜੀ, ਫਿਰ ਇਹ ਸਾਰੀਆਂ ਨਕਾਰਾਤਮਕ ਚੀਜ਼ਾਂ ਬਾਹਰ ਨਿਕਲ ਜਾਂਦੀਆਂ ਨੇ। ਫਿਰ ਜਦੋਂ ਸਾਡਾ ਮਨ ਅਰੋਗ ਹੋ ਗਿਆ, ਸਾਡਾ ਤਨ ਆਪਣੇ ਆਪ ਅਰੋਗ ਹੋ ਜਾਂਦਾ। ਫਿਰ ਸਾਡਾ ਤਨ ਆਪਣੇ ਆਪ ਅਰੋਗ ਹੋ ਜਾਂਦਾ, ਤੰਦਰੁਸਤ ਹੋ ਜਾਂਦਾ। ਅੱਗੇ ਗਰੀਬ ਨਵਾਜ਼ ਸਤਿਗੁਰੂ ਕਹਿੰਦੇ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਪਰਮੇਸ਼ਰ ਇੱਕ ਹੈ, ਉਹ ਨਿਰਗੁਣ ਹੈ। ਓੰਕਾਰ ਉਹ ਸਰਗੁਣ ਵੀ ਹੈ, ਉਹ ਇੱਕ ਰਸ ਵਿਆਪਕ ਹੈ, ਉਹ ਹਮੇਸ਼ਾ ਇੱਕੋ ਜਿਹੇ ਰੂਪ ਦੇ ਵਿੱਚ ਰਹਿੰਦਾ ਹੈ, ਜੁਗ ਜੁਗ ਏਕੋ ਵੇਸ। ਉਹ ਸਭ ਤੋਂ ਵੱਡਾ ਹੈ, ਸਭ ਤੋਂ ਉੱਪਰ ਹੈ, ਉਹਦਾ ਦਰ ਹਰ ਵੇਲੇ ਹਰ ਕਿਸੇ ਲਈ ਖੁੱਲ੍ਹਾ ਹੈ। ਉਹ ਇਹ ਤ੍ਰੈ ਗੁਣੀ, ਤ੍ਰੈ ਕਾਲੀ, ਤ੍ਰੈ ਤਾਪੀ ਮਾਇਆ ਦੇ ਪ੍ਰਪੰਚ ਨੂੰ ਬਣਾ ਕੇ ਇਹਦੇ ਵਿੱਚ ਵਸਦਾ ਹੋਇਆ ਵੀ ਨਿਰਲੇਪ ਹੈ। ਇਹੋ ਜਿਹੇ ਸਮਸਤ ਗੁਣਾਂ ਦੇ ਸੋਮੇ ਪਰਮਾਤਮਾ ਨੂੰ ਪ੍ਰਾਪਤ ਕਰਨ ਦਾ ਕੇਵਲ ਤੇ ਕੇਵਲ ਇੱਕਮਾਤਰ ਸਾਧਨ ਹੈ। ਉਹ ਕੀ ਹੈ? ਸਤਿਗੁਰ ਪ੍ਰਸਾਦ। ਉਸ ਨੂੰ ਜੇ ਅੱਜ ਤੱਕ ਕਿਸੇ ਨੇ ਪ੍ਰਾਪਤ ਕੀਤਾ ਹੈ ਤਾਂ ਵੀ ਸਤਿਗੁਰੂ ਦੀ ਕਿਰਪਾ ਨਾਲ ਪ੍ਰਾਪਤ ਕੀਤਾ ਹੈ। ਜੇ ਉਸ ਨੂੰ ਕੋਈ ਅੱਜ ਪ੍ਰਾਪਤ ਕਰ ਰਿਹਾ ਤਾਂ ਵੀ ਉਹ ਸਤਿਗੁਰੂ ਦੀ ਕਿਰਪਾ ਨਾਲ ਪ੍ਰਾਪਤ ਕਰ ਰਿਹਾ ਹੈ। ਭਵਿੱਖ ਦੇ ਵਿੱਚ ਵੀ ਜੇ ਕੋਈ ਉਹਨੂੰ ਪ੍ਰਾਪਤ ਕਰੂਗਾ ਤਾਂ ਵੀ ਉਹ ਸਤਿਗੁਰੂ ਦੀ ਕਿਰਪਾ ਨਾਲ ਪ੍ਰਾਪਤ ਕਰੂਗਾ। ਸਤਿਗੁਰੂ ਦੀ ਕਿਰਪਾ ਤੋਂ ਬਗੈਰ ਭੁੱਲ ਜੋ ਕਿ ਸਾਨੂੰ ਪ੍ਰਾਪਤ ਹੋਊਗਾ। ਚਾਹੇ ਕੋਈ ਜਲ ਧਾਰੇ ਕਰੇ, ਚਾਹੇ ਕੋਈ ਉਹ ਭੁੱਖਾ ਰਹੇ, ਚਾਹੇ ਕੋਈ ਵਰਤ ਰੱਖੇ, ਚਾਹੇ ਕੋਈ ਨੰਗਾ ਫਿਰੇ, ਚਾਹੇ ਜੋ ਮਰਜ਼ੀ ਸਾਧਨ ਕਰੀ ਜਾਵੇ, ਉਹ ਨਹੀਂ ਮਿਲੇਗਾ। ਮਿਲੇਗਾ ਉਹ ਉਦੋਂ ਜਦੋਂ ਸਤਿਗੁਰੂ ਜੀ ਸੁਪ੍ਰਸੰਨ ਹੋ ਗਏ, ਜਦੋਂ ਸਤਿਗੁਰੂ ਦਾ ਪ੍ਰਸਾਦ ਦਾ ਮਤਲਬ ਜਦੋਂ ਚੰਗੀ ਤਰ੍ਹਾਂ ਖੁਸ਼ ਹੋ ਗਏ ਸਾਡੇ ਤੇ। ਸਾਧ ਸੰਗਤ ਜੀ, ਜਦੋਂ ਅਸੀਂ ਉਹਦੀ ਅਧੀਨਗੀ ਗ੍ਰਹਿਣ ਕਰ ਲਈ, ਗੁਰੂ ਦੀ ਅਧੀਨਗੀ, ਗੁਰੂ ਦੀ ਗੁਲਾਮੀ ਗ੍ਰਹਿਣ ਕਰ ਲਈ, ਦੇਖਿਆ ਵੀ ਇਹ ਮੇਰਾ ਸਿੱਖ ਵਿਚਾਰਾ ਉੱਠਦਾ, ਉਹਦਾ ਹੁਕਮ ਮੰਨਣਾ ਨਾ, ਯਾਰ ਜਾਗ ਤਾਂ ਆਉਂਦੀ ਨਹੀਂ, ਉੱਠਦਾ, ਇਹਦਾ ਮਨ ਤਾਂ ਲੱਗਦਾ ਨਹੀਂ ਪਰ ਪਾਠ ਤਾਂ ਕਰਦਾ ਨਾ, ਇਹਦਾ ਮਨ ਤਾਂ ਲੱਗਦਾ ਨਹੀਂ ਸਿਮਰਨ ਕਰਨ ਦੀ ਕੋਸ਼ਿਸ਼ ਤਾਂ ਕਰ ਰਿਹਾ ਨਾ, ਨਹੀਂ ਮਨ ਲੱਗਦਾ, ਇਹ ਗੁਰਦੁਆਰਾ ਸਾਹਿਬ ਤਾਂ ਜਾਂਦਾ, ਦਰਸ਼ਨ ਤਾਂ ਕਰਦਾ, ਪਰਿਕਰਮਾ ਤਾਂ ਕਰਦਾ। ਸਾਧ ਸੰਗਤ ਜੀ, ਇੱਕ ਗੱਲ ਯਾਦ ਰੱਖਣੀ ਆ, ਸਤਿਗੁਰੂ ਪੱਥਰ ਦਿਲ ਨਹੀਂ ਹੈ, ਉਹ ਬਹੁਤ ਹੀ ਨਰਮ ਦਿਲ ਨੇ, ਬਹੁਤ ਹੀ ਉਹ ਸੌਫਟ ਹਾਰਟਡ ਨੇ। ਉਹ ਸਾਡੇ ਯਤਨਾਂ ਨੂੰ, ਚਾਹੇ ਸਾਡੇ ਸਾਰੇ ਯਤਨ ਫੇਲ ਵੀ ਹੋ ਜਾਣ ਨਾ, ਉਹ ਫਿਰ ਵੀ ਸਾਡੇ ਤੇ ਦਇਆ ਕਰਨਗੇ ਕਿ ਜੀ ਇਹ ਦੇਖੋ ਮੇਰਾ ਸਿੱਖ ਯਤਨ ਤਾਂ ਕਰੇ ਰਿਹਾ ਵਿਚਾਰਾ, ਉਹ ਫਿਰ ਵੀ ਸਾਡਾ ਦਿਆਲੂ ਹੋਣਗੇ। ਹਾਂ, ਬੱਚਾ ਨਾ ਮਿਹਨਤ ਕਰਦਾ ਹੋਵੇ, ਉਹ ਨਾ ਵਿਚਾਰਾ ਚਾਹੇ 3rd ਡਿਵੀਜ਼ਨ ਨਾਲ ਪਾਸ ਹੋ ਜੇ ਜਾਂ ਉਹਦੀ ਰੀਪੀਆਰ ਹੋ ਜੇ ਜਾਂ ਫੇਲ ਵੀ ਹੋ ਜੇ, ਫਿਰ ਵੀ ਮਾਂ ਬਾਪ ਨਾ ਉਹਨੂੰ ਗੋਦੀ 'ਚ ਲੈ ਕੇ ਕਹਿੰਦੇ ਨੇ, ਕੋਈ ਨਹੀਂ ਪੁੱਤਰਾ, ਤੈਂ ਮਿਹਨਤ ਤਾਂ ਬਹੁਤ ਕਰੀ ਗਿਆ ਯਾਰ। ਮਾਂ ਬਾਪ ਉਹਦੇ ਦੁੱਖ 'ਚ ਸ਼ਰੀਕ ਹੁੰਦੇ ਨੇ। ਕਈ ਵਾਰੀ ਮਾਂ ਬਾਪ ਦੇ ਅੱਖਾਂ 'ਚੋਂ ਪਾਣੀ ਜਾਂਦਾ, ਪੁੱਤਰਾ ਤਾਂ ਮਿਹਨਤ ਤਾਂ ਬਹੁਤ ਕਰ ਗਿਆ ਯਾਰ, ਕੋਈ ਗੱਲ ਨਹੀਂ ਪੁੱਤਰ, ਅਗਲੀ ਵਾਰੀ ਤੂੰ ਥੋੜ੍ਹਾ ਹੋਰ ਤਕੜਾ ਹੋ, ਆਪਾਂ ਟਿਊਸ਼ਨ ਰਖਾਵਾਂਗੇ, ਉਹਨੂੰ ਹੌਸਲਾ ਦਿੰਦੇ ਨੇ। ਸਤਿਗੁਰੂ ਤਾਂ ਸਾਧ ਸੰਗਤ ਜੀ ਕਰੋੜਾਂ ਬਾਪਾਂ ਦੀ ਪਿਆਰ ਨਾਲੋਂ ਵੱਧ ਪਿਆਰ ਰੱਖਦੇ ਨੇ। ਇਹ ਕਹਿ ਲਈਏ ਸਮਸਤ ਮਾਵਾਂ, ਸਮਸਤ ਬਾਪਾਂ ਦੇ ਹਿਰਦਿਆਂ 'ਚ ਜਿੰਨੀ ਮਮਤਾ ਹੈ, ਆਪਣੇ ਬੱਚਿਆਂ ਪ੍ਰਤੀ ਜਿੰਨਾ ਪਿਆਰ ਹੈ, ਉਸ ਤੋਂ ਕਰੋੜਾਂ ਗੁਣਾ ਵੱਧ ਸਿੱਖ ਨੂੰ ਪਿਆਰ ਕਰਦੇ ਨੇ। ਤੈਨੂੰ ਤਾਂ ਹੁਸ਼ਿਆਰਪੁਰ ਦੀਆਂ ਗਲੀਆਂ 'ਚ ਡਾਂਗ ਲੈ ਕੇ ਖੜੇ ਸੀ ਨਾ, ਨਾਲੇ ਸਿੱਖ ਨੇ ਬੇਨਤੀ ਨਹੀਂ ਕੀਤੀ ਸੀ ਕਿ ਸਤਿਗੁਰੂ ਮੈਨੂੰ ਬਚਾਓ, ਸਿੱਖ ਨੇ ਬੇਨਤੀ ਨਹੀਂ ਕੀਤੀ ਸੀ, ਪਰ ਸਤਿਗੁਰੂ ਦਾ ਹੁਕਮ ਮੰਨਿਆ ਸੀ, ਲਾਵਾਂ ਛੱਡ ਕੇ ਆਇਆ ਸੀ। ਉਹ ਹੁਕਮ ਮੰਨਿਆ ਸੀ, ਲਾਵਾਂ ਆਧ ਵਿਚਾਲੇ ਛੱਡ ਕੇ ਆਇਆ ਸੀ। ਸਾਧ ਸੰਗਤ ਜੀ, ਭਾਈ ਗੁਰਦਾਸ ਜੀ ਇਸ ਗੱਲ ਦੀ ਗਵਾਹੀ ਦਿੰਦੇ ਨੇ। ਅਸੀਂ ਇੱਕ ਵਾਰੀ ਵਾਹਿਗੁਰੂ ਕਹਿੰਦੇ ਆ ਨਾ, ਤਾਂ ਉਹ ਕਰੋੜਾਂ ਵਾਰੀ ਸਾਡਾ ਨਾਮ ਜਪਦਾ। ਅਸੀਂ ਇੱਕ ਕਦਮ ਉਹਦੇ ਵੱਲ ਪੱਟਦੇ ਆ ਨਾ, ਤਾਂ ਉਹ ਕਰੋੜਾਂ ਕਦਮ ਸਾਡੇ ਵੱਲ ਪੱਟਦਾ। ਸਾਡੀ ਅੱਖ 'ਚੋਂ ਉਹਦੇ ਪਿਆਰ 'ਚ ਇੱਕ ਹੰਝੂ ਆਉਂਦਾ ਨਾ, ਸਾਡੇ ਲਈ ਉਹ ਕਿਰਪਾ ਦੇ ਸਾਗਰ ਖੋਲ ਕੇ ਰੱਖ ਦਿੰਦਾ। ਅਸੀਂ ਉਹਦੇ ਨਿਮਿਤ ਥੋੜ੍ਹਾ ਜਿਹਾ ਵੀ ਕਿਸੇ ਗਰੀਬ ਦੀ ਮਦਦ ਕਰ ਦਿੰਦੇ ਹਾਂ ਉਹਦੇ ਨਾਮ 'ਤੇ, ਸਾਧ ਸੰਗਤ ਸਾਡੇ ਲਈ ਦੁਨੀਆ ਦੀਆਂ ਦੌਲਤਾਂ ਖੋਲ ਕੇ ਰੱਖਦਾ, ਉਹ ਖਜ਼ਾਨੇ ਖੋਲ ਕੇ ਰੱਖ ਦਿੰਦਾ। ਇੰਨਾ ਦਿਆਲੂ ਕਿਰਪਾਲੂ, ਜਿਹਦੀ ਮਾਪਣ ਵਾਸਤੇ ਅੱਜ ਤੱਕ ਕੋਈ ਪੈਮਾਨਾ ਹੀ ਨਹੀਂ ਬਣਿਆ, ਕੋਈ ਮੀਟਰ ਨਹੀਂ ਬਣਿਆ ਉਹਦੀ ਦਿਆਲਤਾ ਕਿਰਪਾਲਤਾ ਨੂੰ ਮਾਪਣ ਵਾਸਤੇ। ਉਹੋ ਜਿਹਾ ਪਰਮਾਤਮਾ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ। ਆਪਾਂ ਹੈਡਿੰਗ ਦੀ ਵਿਚਾਰ ਕਰੀਏ, ਸਮਾਂ ਹੋਣ ਲੱਗਿਆ। ਮਹਿਲਾ ਚੌਥਾ, ਸਤਿਗੁਰੂ ਦਾ ਚੌਥਾ ਸਰੂਪ ਹੈ। ਸੋਢੀ ਸੁਲਤਾਨ ਪਿਤਾ ਗੁਰੂ ਰਾਮਦਾਸ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ। ਰਾਗ ਆਸਾ, ਰਾਗ ਆਸਾ ਅੱਗੇ ਲਿਖਿਆ, ਘਰ 6ਵੇਂ ਕੇ 3,
ਇਹਨੂੰ 6 ਨਹੀਂ ਪੜ੍ਹਨਾ, ਘਰ 6 ਨਹੀਂ ਪੜ੍ਹਨਾ, ਘਰ 6ਵਾਂ ਨਹੀਂ ਪੜ੍ਹਨਾ, ਘਰ 6ਵੇਂ ਕੇ 3 ਭਾਵ 6ਵੇਂ ਘਰ ਦੇ ਇਹ 3 ਸ਼ਬਦ ਨੇ ਉਰੇ, ਇਹ 6ਵੇਂ ਘਰ ਦੇ 3 ਸ਼ਬਦ ਨੇ, ਇਹਨੂੰ ਪੜ੍ਹਨਾ ਹੈ ਘਰ 6ਵੇਂ ਕੇ 3। ਇਹ ਇੰਨਾ ਕੁ ਧਿਆਨ ਰੱਖਣਾ। ਹੁਣ ਸਮਾਂ ਹੋ ਗਿਆ, ਕਿਉਂਕਿ ਆਪਾਂ ਸਮੇਂ ਦੀ ਉਲੰਘਣਾ ਨਾ ਕਰੀਏ। ਜੇ ਸ਼ਬਦ ਸ਼ੁਰੂ ਕਰ ਲਿਆ ਫਿਰ ਜ਼ਿਆਦਾ ਸਮਾਂ ਲੱਗ ਜਾਣਾ। ਸਾਧ ਸੰਗਤ ਜੀ, ਗੁਰੂ ਮਹਾਰਾਜ ਦੀ ਪਵਿੱਤਰ ਪਾਵਨ ਬਾਣੀ ਦੀ ਕਥਾ ਵਾਰਤਾ ਕਰਦਿਆਂ, ਸ਼ਬਦ ਵਿਚਾਰਾਂ ਕਰਦਿਆਂ ਬੇਅੰਤ ਕਿਸਮ ਦੀਆਂ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ, ਕਿਉਂਕਿ ਭੁੱਲ ਚੁੱਕ ਕਰਨੀ ਸਾਡੀ ਮਜਬੂਰੀ ਹੈ। ਬਾਣੀ ਅਰਸ਼ਾਂ ਦੀ ਹੈ, ਅਸੀਂ ਫਰਸ਼ਾਂ ਦੇ ਜੀਵ ਹਾਂ। ਬਾਣੀ ਸੱਚਖੰਡ ਦੀ ਹੈ, ਅਸੀਂ ਮਾਤਲੋਕ 'ਤੇ ਰਹਿਣ ਵਾਲੇ ਹਾਂ। ਇਹ ਸਾਡੀ ਸਮਝ ਤੋਂ ਕਿਤੇ ਦੀ ਬਾਹਰ ਹੈ। ਜਿੰਨੀ ਕੁ ਸਤਿਗੁਰੂ ਨੇ ਬੁੱਧੀ ਦਿੱਤੀ ਹੈ ਉਹਦੇ ਮੁਤਾਬਕ ਆਪ ਹੀ ਨਾਲ ਇਹ ਵਿਚਾਰ ਦੀ ਸਾਂਝ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਬੇਅੰਤ ਕਿਸਮ ਦੀਆਂ ਭੁੱਲਾਂ ਚੁੱਕੀਆਂ ਹੋਈਆਂ ਹੋਣਗੀਆਂ, ਮੁਆਫ ਕਰਨਾ। ਬਾਬਾ ਜੀ ਤੋਂ ਇਹ ਅਸੀਸ ਮੰਗਦੇ ਹਾਂ ਕਿ ਬਾਣੀ ਦਾ ਬੋਧ ਹੋ ਜਾਵੇ, ਬਾਣੀ ਦਾ ਗਿਆਨ ਹੋ ਜਾਵੇ, ਬਾਣੀ ਦੇ ਮੁਤਾਬਕ ਜੀਵਨ ਹੋ ਜਾਵੇ। ਇਹੀ ਅਸੀਸ ਬਾਬਾ ਜੀ ਤੋਂ ਮੰਗਦੇ ਹਾਂ, ਸਾਧ ਸੰਗਤ ਤੋਂ ਮੰਗਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।